दसम ग्रंथ का 7वां अध्याय 24 अवतार। 24 अवतार का 20वां अवतार राम अवतार। इसका तीसरा भाग। दो भाग पहला किए जा चुके हैं जी। पेज नंबर 393 तो यह शुरू होंदा आ। 393 तो लैके तो 423 नंबर सफ़े तक दो हिस्सों के ऑलरेडी ਇਹਦਾ ਮਤਲਬ ਕਿ ਬੋਲ ਕੇ ਜਿਹੜਾ ਰਿਕਾਰਡਿੰਗ ਕੀਤੀ ਜਾ ਚੁੱਕੀ ਹੈ। ਅਤੇ ਤੀਸਰੀ ਅੱਜ ਸ਼ੁਰੂ ਕਰ ਰਹੇ ਹਾਂ ਜੀ। 424 ਨੰਬਰ ਸਫਾ ਜੀ। ਕਿਤੇ ਬੀਨ ਵੱਜਦੀ ਹੈ, ਕਿਤੇ ਬੰਸਰੀ ਨਾਲ ਮਰਦੰਗ ਸੱਜ ਰਿਹਾ ਹੈ। ਕਾਮ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੈ ਅਤੇ ਮੰਗਤੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਰਸ ਗਏ ਹਨ। ਮੰਗਤੇ ਕੰਗਾਲ ਤੋਂ ਰਾਜੇ ਹੋ ਗਏ ਹਨ, ਬੇਸ਼ੁਮਾਰ ਅਸੀਸਾਂ ਦਿੰਦੇ ਹਨ। ਅਜਿਹਾ ਦਾਨ ਪ੍ਰਾਪਤ ਕਰਕੇ ਫਿਰ ਉਹ ਕਦੇ ਮੰਗਤੇ ਨਹੀਂ ਹੋ ਸਕਣਗੇ। ਤਿੰਨਾਂ ਨੂੰ ਜਨਕ ਨੇ ਆ ਕੇ ਗਲ ਨਾਲ ਲਾ ਲਿਆ। ਬੜਾ ਆਦਰ ਕਰਕੇ ਅਨੇਕ ਤਰ੍ਹਾਂ ਨਾਲ ਸਵਾਗਤ ਕੀਤਾ। ਵੇਦ ਦੀ ਵਿਧੀ ਨਾਲ ਬਿਆਸ ਤੋਂ ਬੇਦੀ ਦੀ ਬਾਣੀ ਬਣਵਾਈ ਅਤੇ ਇੱਕ ਇੱਕ ਬ੍ਰਾਹਮਣ ਨੂੰ ਬਹੁਤ ਬਹੁਤ ਮੋਹਰਾਂ ਦਿੱਤੀਆਂ। ਰਾਜਕੁਮਾਰ ਨੂੰ ਸਿਰ ਤੋਂ ਪੈਰਾਂ ਤੱਕ ਬਣੇ ਬਸਤਰ ਪਹਿਨਾਏ, ਪੈਰਾਂ ਤੱਕ ਸਾਰੇ ਬਸਤਰ ਪਹਿਨਾਏ ਅਤੇ ਉਸ ਵੇਲੇ ਮੋਤੀਆਂ ਦੇ ਮਾਣਕਾਂ ਦਾ ਮੀਂਹ ਵਸ ਪਿਆ। ਯਾਨੀ ਮੇਰੇ ਖਿਆਲ ਜਿਵੇਂ ਆਪਾਂ ਪੈਸੇ ਵਾਰਦੇ ਹੁੰਦੇ ਹਾਂ ਨਾ, ਐਂ ਵਿਆਹ ਵਾਲੀ ਕਾਰ ਦੇ ਉੱਤੋਂ ਦੀ ਐਂ ਮੀਂਹ ਪੈਸਿਆਂ ਦਾ ਵਰਾਇਆ ਗਿਆ ਜਦੋਂ ਬਸਤਰ ਪਹਿਨਾਇਆ ਜੀ ਰਾਜਕੁਮਾਰਾਂ ਨੂੰ ਸਿਰਾਂ ਤੋਂ ਲੈ ਕੇ ਪੈਰਾਂ ਤੱਕ। ਕਿੰਨੇ ਹੀ ਚਿੱਟੇ ਹਾਥੀ ਦਾਨ ਦਿੱਤੇ ਅਤੇ ਸਿੰਧ ਦੇਸ਼ ਦੇ ਕਿੰਨੇ ਹੀ ਨਵੇਂ ਘੋੜੇ ਦਾਨ ਦਿੱਤੇ। ਇਸ ਤਰ੍ਹਾਂ ਨਾਲ ਤਿੰਨਾਂ ਰਾਜਕੁਮਾਰਾਂ ਨੂੰ ਵਿਆਹ ਕੇ ਭੇਜਿਆ ਗਿਆ। ਦੋਦਕ ਛੰਦ। ਰਾਜਕੁਮਾਰਾਂ ਨੇ ਰਾਜਕੁਮਾਰੀਆਂ ਨੂੰ ਵਿਆਹ ਕੇ ਮੂੰਹ ਨਾਲ ਛੇਤੀ ਹੀ ਵਿਦਾਈ ਮੰਗ ਲਈ। ਜਾਣੀ ਕਿ ਜਦੋਂ ਵਿਆਹ ਹੋ ਗਏ ਉਹਨਾਂ ਦਿਨਾਂ 'ਚ ਕਹਿੰਦੇ ਵੀ ਕਈ ਦਿਨ ਵਿਆਹ ਚੱਲਦੇ ਰਹਿੰਦੇ ਸੀ ਅਤੇ ਛੇਤੀ ਉਹਨਾਂ ਨੇ ਵਿਦਾਈ ਮੰਗ ਲਈ ਜੀ ਤਿੰਨਾਂ ਰਾਜਕੁਮਾਰਾਂ ਨੇ। ਰਾਮ ਅਤੇ ਉਹਦੇ ਦੋ ਹੋਰ ਭਰਾ ਹਾਥੀਆਂ ਸਮੇਤ ਘੋੜਿਆਂ ਨੂੰ ਸਜਾ ਕੇ ਮਹਾਰਾਜਿਆਂ ਅਤੇ ਰਾਜਿਆਂ ਸਣੇ ਤੁਰ ਪਏ। ਰਾਜੇ ਜਨਕ ਨੇ ਜੋ ਦਾਜ ਦਿੱਤਾ ਉਸ ਦੀ ਗਿਣਤੀ ਸੁਮਾਰ ਕੌਣ ਕਰ ਸਕਦਾ ਹੈ। ਜਾਣੀ ਜੋ ਉਹਨੂੰ ਦਾਜ ਵਗੈਰਾ ਦਿੱਤਾ ਤਿੰਨਾਂ ਨੂੰ, ਉਹਦੀ ਗਿਣਤੀ ਮਿਣਤੀ ਕਰਨੀ ਔਖੀ ਸੀ। ਉਸ ਨੂੰ ਬ੍ਰਾਹਮਣ ਵੀ ਚੁਣ ਕੇ ਇਕੱਤਰ ਨਹੀਂ ਕਰ ਸਕਦਾ। ਇਸ ਨੂੰ ਬ੍ਰਹਮਾ ਵੀ ਚੁਣ ਕੇ ਇਕੱਤਰ ਨਹੀਂ ਕਰ ਸਕਦਾ। ਬ੍ਰਹਮਾ ਦੇ ਵੀ ਜਾਣੀ ਬਸ ਦਾ ਰੋਗ ਨਹੀਂ ਰਿਹਾ ਵੀ ਇਹ ਗਿਣਤੀ ਮਿਣਤੀ ਕਰਨੀ। ਰੰਗਾ ਰੰਗ ਦੇ ਵੱਡੇ ਮਸਤ ਘੋੜੇ ਸਨ। ਤਰ੍ਹਾਂ ਤਰ੍ਹਾਂ ਦੇ ਹਾਥੀ ਝੰਗਾੜਦੇ ਹੋਏ ਚੱਲ ਰਹੇ ਸਨ। ਸ਼ੰਖ ਅਤੇ ਨਫੀਰੀਆਂ ਦੇ ਸਮੂਹ ਵੱਜਦੇ ਸਨ। ਮਹਾਨ ਕਠੋਰ ਸੂਰਮੇ ਗੱਜਦੇ ਸਨ। ਜਦੋਂ ਬਰਾਤ ਅਯੁੱਧਿਆ ਦੇ ਨੇੜੇ ਆ ਗਈ ਤਾਂ ਰਾਮਚੰਦਰ ਦੇ ਸਵਾਗਤ ਲਈ ਪਹੁੰਚ ਗਏ। ਮਾਤਾਵਾਂ ਨੇ ਆਪਣੇ ਹੱਥ ਨਾਲ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ, ਕਿਉਂਕਿ 3 ਮਾਤਾਵਾਂ ਸੀਗੀਆਂ ਅਤੇ 4 ਪੁੱਤਰ ਸੀਗੇ। ਹੁਣ ਇਹ ਨਹੀਂ ਪਤਾ, ਮੈਨੂੰ ਲੱਗਦਾ ਸਭ ਤੋਂ ਛੋਟਾ ਪੁੱਤਰ ਨਹੀਂ ਹੋਣਾ ਜਿਹਦਾ ਵਿਆਹ ਨਹੀਂ ਹੋਇਆ ਹਾਲੇ ਫਿਲਹਾਲ, ਕਿਉਂਕਿ ਤਿੰਨਾਂ ਦਾ ਹੀ ਹੋਇਆ। ਰਾਜਾ ਵੇਖ ਕੇ ਅਤੀ ਪ੍ਰਸੰਨ ਹੋ ਗਏ। ਰਾਜੇ ਦਸ਼ਰਥ ਨੇ ਵੇਖ ਕੇ ਉਹਨਾਂ ਨੂੰ ਗਲ ਨਾਲ ਲਾ ਲਿਆ ਅਤੇ ਪੁਰਵਾਸੀ ਨੱਚਣ ਅਤੇ ਗੀਤ ਗਾਉਣ ਲੱਗੇ। ਜਿਹੜੇ ਪੁਰ ਦੇ ਵਾਸੀ ਸੀਗੇ ਉਹ ਨੱਚਣ ਅਤੇ ਗਾਉਣ ਲੱਗੇ। ਰਾਜਕੁਮਾਰ ਵਿਆਹ ਕੇ ਜਦੋਂ ਘਰ ਆਏ, ਸਫਾ 425, ਤਾਂ ਅਨੇਕ ਤਰ੍ਹਾਂ ਦੇ ਸਾਦੀਆਣੇ ਵੱਜਣ ਲੱਗੇ। ਪਿਤਾ ਨੇ ਵਸ਼ਿਸ਼ਟ ਅਤੇ ਵਿਸ਼ਵਾਮਿੱਤਰ ਨੂੰ ਬੁਲਾਇਆ। ਮੇਰੇ ਹਿਸਾਬ ਨਾਲ ਤਾਂ ਵਿਸ਼ਵਾਮਿੱਤਰ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀਗਾ। ਰਾਮਚੰਦਰ ਉਹਨਾਂ ਨੂੰ ਸ਼ਾਇਦ ਉਹ ਜਿਹੜਾ ਸਰਵਾਲਾ ਹੁੰਦਾ ਉਹਨਾਂ ਨੂੰ ਵਿਸ਼ਵਾਮਿੱਤਰ ਨੂੰ ਬੁਲਾਉਣਾ ਚਾਹੀਦਾ ਸੀ, ਕਿਉਂਕਿ ਵਿਚੋਲਾ ਤਾਂ ਇੱਕ ਕਿਸਮ ਦਾ ਵਿਸ਼ਵਾਮਿੱਤਰ ਉਹਨੇ ਹੋਏ, ਮਾੜੀ ਕੀਤੀ ਉਹਦੇ ਨਾਲ ਵਿਚਾਰੇ ਨਾਲ। ਅਤੇ ਹੋਰ ਵੀ ਅਨੇਕਾਂ ਰਿਸ਼ੀ ਉੱਥੇ ਆ ਗਏ। ਤਦੋਂ ਭਿਆਨਕ ਘਟਾ ਚੜ੍ਹ ਕੇ ਗਰਜਣ ਲੱਗੀ। ਚੌਹਾਂ ਪਾਸਿਓਂ ਭਿਆਨਕ ਅੱਗ ਲੱਗੀ ਹੋਈ ਸਭ ਨੇ ਵੇਖੀ। ਇਹ ਰਾਮ ਨੂੰ ਵੈਸੇ ਭਸੂੜੀ ਪਈ ਰਹਿੰਦੀ ਹੈ ਯਾਰ, ਵੈਸੇ ਨਾ ਵਿਚਾਰੇ ਨੂੰ ਬਹੁਤ ਮਾੜਾ ਕੰਮ ਆ। ਚੌਹਾਂ ਪਾਸੇ ਭਿਆਨਕ ਅੱਗ ਲੱਗੀ ਹੋਈ ਅਤੇ ਸਭ ਨੇ ਵੇਖੀ। ਸਾਰੇ ਮੰਤਰੀ ਅਤੇ ਮਿੱਤਰ ਵੇਖ ਕੇ ਘਬਰਾ ਗਏ। ਰਾਜੇ ਦਸ਼ਰਥ ਨੂੰ ਇਸ ਤਰ੍ਹਾਂ ਕਹਿਣ ਲੱਗੇ, ਹੇ ਰਾਜਨ ਸੁਣੋ, ਵੱਡੇ ਵੱਡੇ ਉਪਦਰਵ ਹੋ ਰਹੇ ਹਨ। ਹੁਣ ਕਿਹਨੂੰ ਜਾਣੀ ਖੁਰਕ ਹੋ ਗਈ ਯਾਰ। ਰਿਸ਼ੀ ਸਮਾਜ ਨੂੰ ਇਕੱਠਾ ਕਰਕੇ ਇਸ ਗੱਲ ਦਾ ਵਿਚਾਰ ਕਰੋ। ਦੇਰ ਨਾ ਕਰੋ, ਬ੍ਰਾਹਮਣਾਂ ਨੂੰ ਸੱਦ ਲਵੋ, ਅਸ਼ਵਮੇਧ ਯੱਗ ਸ਼ੁਰੂ ਕਰਾਓ। ਚਲੋ ਜੀ, ਹੋਰ ਯੱਗ ਸ਼ੁਰੂ ਹੋ ਗਿਆ। ਰਾਜੇ ਨੇ ਤੁਰੰਤ ਹੁਕਮ ਦਿੱਤਾ। ਵਿਸ਼ਾਲ ਬੁੱਧੀ ਵਾਲੇ ਮੰਤਰੀਆਂ ਅਤੇ ਮਿੱਤਰਾਂ ਨੇ ਕਿਹਾ, ਅਸ਼ਵਮੇਧ ਯੱਗ ਛੇਤੀ ਆਰੰਭ ਕੀਤਾ ਜਾਏ। ਇਸ ਲਈ ਹੇ ਰਾਜਨ ਜਲਦੀ ਆਗਿਆ ਕੀਤਾ ਜਾਏ।
यानी आग्ञा का पालन किया जाए। ਵੱਡੇ ਰਿਸ਼ੀ ਤੇ ਮਹਾਪੰਡਤ ਸੱਦ ਲੈ, ਉਹਨਾਂ ਨੂੰ ਰੱਖਣਾ ਹੀ ਨਾਲ ਹੀ ਚਾਹੀਦਾ, ਐਵੇਂ ਐਮਰਜੈਂਸੀ ਕਿਟ ਨਹੀਂ ਹੁੰਦੀ, ਕਿਉਂਕਿ ਬਹੁਤ ਛੇਤੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ। ਆ ਜਿਹੜੇ ਰਿਸ਼ੀ ਜਿੰਨੇ ਵੀ ਵੱਡੇ ਦਿਮਾਗ ਵਾਲੇ ਨੇ, ਜਿਹੜੇ ਵੀ ਇਹਨਾਂ ਦੇ ਕਹਿ ਲਓ ਨੀਤੀ ਘਾੜੇ ਨੇ, ਯਾਨੀ ਪ੍ਰੋਬਲਮ ਸੋਲਵਰ ਹੈਗੇ ਨੇ ਜਿਹੜੇ, ਇਹਨਾਂ ਨੂੰ ਨਾਲ ਹੀ ਰੱਖਣਾ ਚਾਹੀਦਾ ਆ ਔਨ ਕਾਲ। ਵੈਸੇ ਔਨ ਕਾਲ ਨੇ ਜੋ ਨਾਲ ਦੇ ਨਾਲ ਇਕੱਠੇ ਹੋ ਜਾਂਦੇ ਨੇ ਉਹ। ਵੱਡੇ ਰਿਸ਼ੀ ਤੇ ਮਹਾਪੰਡਤ ਸੱਦ ਲੈ, ਉਹਨਾਂ ਨੇ ਘੋੜੇ ਸਮੇਤ ਰਿਤਜ ਯੱਗ ਕਰਾਉਣ ਵਾਲੇ ਪੰਡਤ ਬੁਲਾ ਲੈ। ਲਓ ਜੀ, ਰਿਤਜ ਨਾਂ ਦਾ ਨਹੀਂ, ਰਿਤਜ ਯੱਗ ਨੂੰ ਸ਼ਾਇਦ ਕਹਿੰਦੇ ਨੇ, ਯੱਗ ਕਰਾਉਣ ਵਾਲੇ ਪੰਡਤ ਵੀ ਸੱਦ ਲੈ ਜੀ। ਅਗਨੀ ਕੁੰਡ ਉਸੇ ਵੇਲੇ ਪੁੱਟਿਆ ਗਿਆ, ਪੱਕਾ ਹੀ ਪੁੱਟ ਕੇ ਰੱਖਣਾ ਚਾਹੀਦਾ ਯਾਰ, ਉਹਨੂੰ ਢੱਕ ਦਿਓ ਪੁੱਟ ਕੇ ਜਦੋਂ ਨਹੀਂ ਲੋੜ ਹੈਗੀ। ਉੱਥੇ ਹੀ ਧਰਤੀ ਵਿੱਚ ਧਰਮ ਖੰਭਾ ਗੱਡ ਦਿੱਤਾ ਗਿਆ। ਘੋੜਸ਼ਾਲਾ ਹੈ ਸਰ, ਘੋੜਸ਼ਾਲਾ ਤੋਂ ਘੋੜਾ ਖੋਲ ਲਿਆ, ਘੋੜਸ਼ਾਲਾ ਤੋਂ ਘੋੜਾ ਖੋਲ ਲਿਆ, ਜਿਸ ਦੇ ਕਾਲੇ ਕੰਨ ਸਨ ਅਤੇ ਸਰੀਰ ਦੀ ਆਭਾ ਨੀਲੀ ਸੀ। ਦੇਸਾਂ ਦੇਸਾਂ ਦੇ ਰਾਜੇ ਨਾਲ ਕਰ ਦਿੱਤੇ, ਉਸ ਦੇ ਨਾਲ ਕਰ ਦਿੱਤੇ, ਜਿਹੜੇ ਸੁੰਦਰ ਸੂਰਮੇ ਸਨ, ਸੁੰਦਰ ਅੰਗਾਂ ਨਾਲ ਸ਼ੋਭਦੇ ਸਨ। ਸਮਾਨ ਕਾ ਛੰਦ, ਅੱਗ ਪਤਾ ਤਾਂ ਲੱਗੇ ਕਾਹਦੇ ਨਾਲ ਲੱਗੀ ਹੈ, ਸਮਝ ਨਹੀਂ ਲੱਗੀ ਜੀ। ਰਾਜੇ ਘੋੜੇ ਦੇ ਨਾਲ ਕਰ ਦਿੱਤੇ, ਉਹਨਾਂ ਨੇ ਚੁਣ ਚੁਣ ਕੇ ਸੂਰਮੇ ਨਾਲ ਲੈ ਜੋ ਸ਼ਸਤਰ ਨਾਲ ਸੁਸੱਜਿਤ ਸਨ। ਲੱਗੀ ਆਗਿਆ ਤੇ ਸ਼ਸਤਰ ਕੀ ਕਰਨੇ ਯਾਰ, ਤੁਹਾਨੂੰ ਫਾਇਰ ਬ੍ਰਿਗੇਡ ਵਾਲਾ ਕੋਈ ਪ੍ਰਬੰਧ ਕਰਨਾ ਚਾਹੀਦਾ ਸੀਗਾ। ਅਤੇ ਸ਼ੂਰਬੀਰਾਂ ਨੂੰ ਮਾਰਨ ਵਾਲੇ ਸਨ। ਦੇਸਾਂ ਪ੍ਰਦੇਸਾਂ ਨੂੰ ਗਾਹ ਕੇ ਨਾ ਸਾੜੀਆਂ ਜਾ ਸਕਣ ਵਾਲੀਆਂ ਜਗ੍ਹਾ ਨੂੰ ਸਾੜ ਕੇ ਰਾਜੇ ਦੇ ਘੋੜੇ ਨੂੰ ਸਾਰੀ ਧਰਤੀ ਉੱਤੇ ਫਿਰਾ ਕੇ ਰਾਜੇ ਦੇ ਕੰਮ ਨੂੰ ਸੁਧਾਰ ਕੇ ਵਾਪਸ ਆ ਗਿਆ। ਪਤਾ ਨਹੀਂ, ਮੇਰੀ ਸਮਝ ਤੋਂ ਬਾਹਰ ਆ, ਮੈਂ ਛੇਤੀ ਛੇਤੀ ਪੜ੍ਹਿਆ ਆ। ਰਾਜੇ ਦੇ ਘੋੜੇ ਨੂੰ ਸਾਰੀ ਧਰਤੀ 'ਤੇ ਘੁਮਾ ਕੇ ਲੈ ਜਾਂਦਾ ਜੀ ਵਾਪਸ। ਰਾਜਾ ਦਸ਼ਰਥ ਨੇ ਦੇ ਸਾਰੇ ਚਰਨੀ ਆ ਲੱਗੇ, ਉਹਨਾਂ ਦੇ ਵੱਡੇ ਵੱਡੇ ਦੋਖ ਵੀ ਮਿਟ ਗਏ। ਯੱਗ ਨੂੰ ਪੂਰਾ ਕਰ ਦਿੱਤਾ ਅਤੇ ਰਾਜਾ ਦਸ਼ਰਥ ਦੇ ਡਰ ਨੂੰ ਮਿਟਾ ਦਿੱਤਾ। ਅਨੇਕਾਂ ਤਰ੍ਹਾਂ ਦਾ ਦਾਨ ਪ੍ਰਾਪਤ ਕਰਕੇ ਬ੍ਰਾਹਮਣ ਤ੍ਰਿਪਤ ਹੋ ਕੇ ਬੜਾ ਹੀ ਧਰਮ ਨਾਲ ਇੰਨਾ ਦਾਨ, ਯਾਨੀ ਮਿੰਟ ਲੱਗਦਾ ਇਹਨੂੰ ਦਾਨ ਦੇਣ ਨੂੰ, ਯਾਨੀ ਮਿੰਟ 'ਚ ਕੋਈ ਸਮੱਸਿਆ ਖੜੀ ਹੋ ਜਾਂਦੀ ਆ, ਨਗਾੜੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਇਹ ਸ਼ੁਕਰ ਐਤਕੀ ਯੁੱਧ ਨਹੀਂ ਹੋਇਆ ਇਸ ਵਾਰੀ, ਪਤਾ ਨਹੀਂ ਅੱਗ ਕਿਵੇਂ ਲੱਗੀ ਸੀ। ਉਹ ਬੁਝਾਤੀ ਘੋੜਾ ਘੁਮਾ ਕੇ ਸਾਰੀ ਦੁਨੀਆ ਦੇ ਵਿੱਚ। ਬਹੁਤ ਜ਼ਿਆਦਾ ਅਸੀਸ ਦਿੰਦੇ ਸਨ ਅਤੇ ਵੇਦਾਂ ਦੀਆਂ ਰਿਚਾਵਾਂ ਨੂੰ ਪੜ੍ਹਦੇ ਸਨ। ਦੇਸ਼ਾਂ ਦੇਸ਼ਾਂ ਦੇ ਰਾਜੇ ਸੁੰਦਰ ਵਸਤਰਾਂ ਵਿੱਚ ਸ਼ੋਭਦੇ ਸਨ। ਵਿਸ਼ੇਸ਼ ਸੁਭਾ ਵਾਲੇ ਸੂਰਮਿਆਂ ਨੂੰ ਵੇਖ ਕੇ ਸੁਸ਼ੀਲ ਇਸਤਰੀਆਂ ਲੋਭਾਇਮਾਨ ਹੋ ਰਹੀਆਂ ਸਨ। ਜਾਣੀ ਸੂਰਮਿਆਂ ਨੂੰ ਦੇਖ ਕੇ ਜਿਹੜੀਆਂ ਇਸਤਰੀਆਂ ਉਹਨਾਂ 'ਤੇ ਕਹਿ ਲਓ ਵੀ ਸੈਂਟੀ ਹੋ ਗਈਆਂ ਕਿਸਮ ਦੀਆਂ। ਇਹੀ ਬਣਦਾ ਇਹਦਾ ਜੀ। ਕਰੋੜਾਂ ਵਾਜੇ ਵੱਜਦੇ ਸਨ, ਸ਼ਹਿਨਾਈਆਂ ਅਤੇ ਭੇਰੀਆਂ ਸੱਜ ਰਹੀਆਂ ਸਨ। ਹੁਣ ਇਹ ਤਾਂ ਪਤਾ ਲੱਗੇ ਨਾ ਵੀ ਉਹ ਅੱਗ ਬੁਝ ਗਈ ਅਤੇ ਹੁਣ ਰਾਮ ਚੰਦਰ ਦੀ ਜਿਵੇਂ ਘਰ ਵਾਪਸੀ ਹੋ ਗਈ। ਹੁਣ ਵਿਆਹ ਤੋਂ ਬਾਅਦ ਕੋਈ ਰਿਸੈਪਸ਼ਨ ਵਗੈਰਾ ਦਾ ਪ੍ਰੋਗਰਾਮ ਚੱਲ ਰਿਹਾ, ਜਾਂ ਵੀ ਇਹ ਹੁਣ ਹੋ ਕੀ ਗਿਆ ਹੈ। ਅੱਗ ਬੁਝਣ ਦੀ ਖੁਸ਼ੀ ਦੇ ਵਿੱਚ ਜਿਹੜਾ ਇਹ ਫਿਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਕੋਈ ਕਲੈਰਿਟੀ ਨਹੀਂ ਜੀ। ਦੇਵਤਾ ਬਣਾ ਕੇ ਸਥਾਪਿਤ ਕੀਤੇ ਜਾ ਰਹੇ ਸਨ। ਉਹਨਾਂ ਦੇ ਜਾ ਕੇ ਆਦਰਪੂਰਵਕ ਪੈਰੀ ਲੱਗਿਆ ਜਾ ਰਿਹਾ ਸੀ। ਸਫਾ 425। ਡੰਡੌਤ ਕਰਕੇ ਪੈਰੀ ਪੈਂਦੇ ਸਨ, ਖਾਸ ਸ਼ਰਧਾ ਰੱਖਦੇ ਸਨ, ਮੰਤਰ ਯੰਤਰ ਜਪਦੇ ਸਨ ਅਤੇ ਵੱਡੀਆਂ ਵੱਡੀਆਂ ਸਥਾਪਨਾਵਾਂ ਕਾਇਮ ਕਰਦੇ ਸਨ। ਸੁੰਦਰ ਇਸਤਰੀਆਂ ਨਾਚ ਕਰਦੀਆਂ ਸਨ, ਮਾਨੋ ਅਪਸਰਾਵਾਂ ਹੋਣ। ਕਿਸੇ ਗੱਲ ਦੀ ਘਾਟ ਨਹੀਂ ਸੀ, ਸਭ ਰਾਮ ਰਾਜ ਦਾ ਪ੍ਰਭਾਵ ਸੀ। ਸਾਰਸਵਤੀ ਛੰਦ। ਇੱਕ ਪਾਸੇ ਪੰਡਿਤ ਦੇਸ਼ਾਂ ਦੇਸ਼ਾਂ ਦੀ ਕਿਰਿਆ ਸਿਖਾਉਂਦੇ ਹਨ ਅਤੇ ਅਨੇਕਾਂ ਨੂੰ ਆ ਕੇ ਤੀਰ ਤੇ ਕਮਾਨ ਦੀ ਜੁਗਤ ਦੱਸਦੇ ਹਨ। ਤਰ੍ਹਾਂ ਤਰ੍ਹਾਂ ਨਾਲ ਬਾਲਕਾਵਾਂ ਅਤੇ ਇਸਤਰੀਆਂ ਨੂੰ ਸ਼ਿੰਗਾਰ ਕਰਨ ਦੀ ਵਿਧੀ ਪੜ੍ਹਾਈ ਜਾ ਰਹੀ ਹੈ। ਤੇ ਕੋਈ ਕੋਕ ਤੇ ਕਾਵ ਪੜ੍ਹਦਾ ਹੈ, ਕਿਤੇ ਕੋਈ ਕੋਕ ਤੇ ਕਾਵ ਪੜ੍ਹਦਾ ਹੈ ਤੇ ਕਿਤੇ ਕੋਈ ਵਿਆਕਰਨ ਤੇ ਵੇਦਾਂ ਦਾ ਵਿਚਾਰ ਕਰ ਰਿਹਾ ਹੈ। ਰਾਮ ਰਘੂਵੰਸ਼ ਦੇ ਪਰਮ ਪਵਿੱਤਰ ਅਵਤਾਰ ਹਨ। ਰਘੂਵੰਸ਼ ਦੇ ਹੈ ਹੀ ਨਹੀਂ ਰਾਮ, ਜਦੋਂ ਉਹਨਾਂ ਦਾ ਜਨਮ ਹੀ ਖੀਰ ਖਾ ਕੇ ਹੁੰਦਾ ਹੈ। ਅਤੇ ਦੁਸ਼ਟ ਦੈਂਤਾਂ ਨੂੰ ਨਸ਼ਟ ਕਰਨ ਵਾਲੇ ਅਤੇ ਸੰਤਾਂ ਦੇ ਪ੍ਰਾਣਾਂ ਦਾ ਆਧਾਰ ਹਨ। ਦੇਸ਼ਾਂ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਸਭ ਨੂੰ ਗੁਲਾਮ ਕਰ ਲਿਆ ਹੈ। ਯਾਰ ਇਹ ਵਾਰੀ ਵਾਰੀ ਉਹੀ ਗੱਲਾਂ ਹੀ ਆ ਰਹੀਆਂ ਨੇ। ਵੈਸੇ ਜਿੱਥੇ ਕਿਤੇ ਸਾਰਾ ਘਰਾਂ ਉੱਤੇ, ਜਿੱਥੇ ਕਿਤੇ ਸਾਰੇ ਘਰਾਂ ਉੱਤੇ ਜਿੱਤ ਦੀਆਂ ਨਿਸ਼ਾਨੀਆਂ ਵਜੋਂ ਝੰਡੀਆਂ ਬੰਨੀਆਂ ਹੋਈਆਂ ਹਨ। ਇਹ ਆਪਾਂ ਸਮਝੀਏ ਜਿਵੇਂ ਆਪਣੇ ਹੁਣ ਪੰਜਾਬ 'ਚ, ਪੇਂਡੂ ਪੰਜਾਬ 'ਚ ਖਾਸ ਕਰਕੇ ਵੀ ਜਿਵੇਂ
ਚੋਣਾਂ ਆਉਂਦੀਆਂ ਨੇ ਨਾ ਇਹਦੀਆਂ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ, ਉਹ 'ਤੇ ਲੋਕ ਆਪੋ ਆਪਣੇ ਘਰੇ ਝੰਡੀਆਂ ਲਾ ਲੈਂਦੇ ਨੇ ਆਪਣੀ ਆਪਣੀ ਪਾਰਟੀ ਦੀਆਂ। ਮੈਂ ਵੀ ਲਾਈ ਸੀ ਝਾੜੂ ਪਾਰਟੀ ਦੀ 2014 ਦੇ ਵਿੱਚ। ਰਾਜੇ ਦਸ਼ਰਥ ਨੇ ਤਿੰਨਾਂ ਪੁੱਤਰਾਂ ਨੂੰ ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਅਤੇ ਰਾਜਧਾਨੀ ਰਾਮ ਨੂੰ ਦੇਣ ਲਈ ਰਾਜੇ ਦਸ਼ਰਥ ਨੇ ਤਿੰਨਾਂ ਪੁੱਤਰਾਂ ਨੂੰ ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਅਤੇ ਰਾਜਧਾਨੀ ਰਾਮ ਨੂੰ ਦੇਣ ਲਈ ਰਾਜੇ ਨੇ ਵਸ਼ਿਸ਼ਟ ਮੁਨੀ ਨੂੰ ਬੁਲਾ ਕੇ ਕਿੰਨੇ ਚਿਰ ਤੱਕ ਵਿਚਾਰ ਕੀਤਾ। ਯਾਨੀ ਤਿੰਨੇ ਪੁੱਤਰ ਸੀ ਨਾ ਜਿਹੜੇ, ਓਕੇ ਮੈਂ ਸਮਝ ਗਿਆ, ਮੈਨੂੰ ਲੱਗਦਾ ਵੀ ਜਿਹੜੀ ਕੈਕਈ ਦੇ 2 ਪੁੱਤਰ ਹੋਏ ਸੀਗੇ, ਕਿਉਂਕਿ ਉਹਨੇ ਅੱਧੀ ਹੀਰ ਖਾਧੀ ਸੀ ਅਤੇ ਉਹਦੇ 2 ਪੁੱਤਰ ਹੋਏ, ਅਤੇ ਉਹ ਦੋਵਾਂ ਪੁੱਤਰਾਂ 'ਚੋਂ ਇੱਕ ਪੁੱਤਰ ਦਾ ਵਿਆਹ ਹੋਇਆ ਅਤੇ ਉਹਨਾਂ 'ਚੋਂ ਫਿਰ ਇੱਕੋ ਨੂੰ ਇਹ ਜਾਣੀ ਤਿੰਨਾਂ ਨੂੰ ਬਰਾਬਰ ਵੰਡਤਾ ਉਹਨੇ ਰਾਜੇ ਨੇ। ਜਾਣੀ ਉਹ ਘਾਟੇ ਦਾ ਸੌਦਾ ਹੋ ਗਿਆ ਖੈਰ ਇਹਨੂੰ ਕੈਕਈ ਦੇ ਮੁੰਡਿਆਂ ਨੂੰ। ਅਤੇ ਤਿੰਨਾਂ ਪੁੱਤਰਾਂ ਨੂੰ ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਸਨ ਅਤੇ ਰਾਜਧਾਨੀ ਰਾਮ ਨੂੰ ਰਾਜਧਾਨੀ ਦੇਣ ਲਈ ਵਸ਼ਿਸ਼ਟ ਮੁਨੀ ਸੱਦਿਆ ਜੀ। ਉਹਨਾਂ ਨੇ ਜਿਹੜਾ ਸੀਗਾ ਕੋਈ ਖਾਸ ਬੰਦਾ, ਉਹਦੇ ਨਾਲ ਵਿਚਾਰ ਚਰਚਾ ਕੀਤਾ। ਦੇਖੋ ਜੀ ਹੁਣ ਮੁਨੀ ਵਸ਼ਿਸ਼ਟ ਕੀ ਕਹਿੰਦੇ ਨੇ। ਰਾਮ ਦੇ ਰਾਜ ਤਿਲਕ ਦੇ ਸਮਾਨ ਨੂੰ ਇੱਕ ਘੜੇ ਵਿੱਚ ਭਰ ਕੇ ਰੱਖ ਦਿੱਤਾ, ਜਿਸ ਵਿੱਚ ਅੰਬ ਦਾ ਬੂਰ ਅਤੇ ਨਦੀਆਂ ਦਾ ਜਲ ਅਤੇ ਹੋਰ ਅਨੇਕ ਫੁੱਲ ਅਧਿਕ ਸਨ। 4 ਥਾਲਾਂ ਵਿੱਚ ਬਹੁਤ ਸਾਰਾ ਚੰਦਨ ਅਤੇ ਕੇਸਰ ਭਰ ਕੇ ਰਾਜ ਤਿਲਕ ਦੀ ਸਮੱਗਰੀ ਨਾਲ ਲੁਕਾ ਕੇ ਰੱਖ ਦਿੱਤਾ। ਉਸ ਵੇਲੇ ਬ੍ਰਹਮਾ ਨੇ ਮੰਥਰਾ ਨਾਮ ਦੀ ਇੱਕ ਗੰਧਰਬਨੀ ਭੇਜ ਦਿੱਤੀ। ਗੰਧਰਬਨੀ ਭੇਜ ਦਿੱਤੀ। ਗੰਧਰਵ ਤੋਂ ਗੰਧਰਬਨੀ, ਜਿਹੜੀ ਫੀਮੇਲ ਗੰਧਰਵ ਕੀ ਹੁੰਦੇ ਨੇ ਪਤਾ ਨਹੀਂ ਆਪਾਂ। ਮੈਂ ਚਲੋ ਮਹਾਨ ਕੋਸ਼ ਦੇ ਵਿੱਚ ਅਗਰ ਹੋਇਆ ਭਾਈ ਕਾਹਨ ਸਿੰਘ ਨਾਭਾ ਦੇ ਤਾਂ ਅਗਲੇ ਦੇ ਵਿੱਚ ਉਹਦਾ ਗੱਲ ਕਰ ਦਿਆਂਗੇ ਜੀ ਆਪਾਂ ਵੀ ਗੰਧਰਵ ਕੀ ਹੁੰਦਾ ਹੈ। ਬਾਕੀ ਦਸਮ ਗ੍ਰੰਥੀਆਂ ਤੋਂ ਚਲੋ ਪਤਾ ਹੀ ਹੋਣਾ ਜੀ, ਕਿਉਂਕਿ ਉਹਨਾਂ ਨੇ ਇਹਦਾ ਅਧਿਐਨ ਕੀਤਾ, ਆਪਾਂ ਤਾਂ ਇਹਦੀ ਕਥਾ ਕਰ ਰਹੇ ਹਾਂ ਹੁਣ। ਖੁਸ਼ੀਆਂ ਦੇ ਸਾਰੇ ਪਾਸੇ ਸਮਾਨ ਸਮੇਤ ਵਾਜਿਆਂ ਨੂੰ ਵੱਜਦਿਆਂ ਦੇਖ ਕੇ ਮੰਥਰਾ ਛੇਤੀ ਨਾਲ ਸੁੰਦਰ ਮਹਿਲ ਉੱਪਰ ਚੜ੍ਹ ਗਈ। ਮੰਥਰਾ ਬੰਸਰੀ, ਬੀਣਾ ਅਤੇ ਮ੍ਰਿਦੰਗ ਆਦਿ ਵਾਜੇ ਵੱਜਦੇ ਸੁਣ ਕੇ ਉਹ ਇਸਤਰੀ ਹੈਰਾਨ ਰਹਿ ਗਈ। ਇਹ ਵਾਜੇ ਵਜਾਉਣ ਵਾਲੇ ਜਿਹੜੇ ਮ੍ਰਿਦੰਗ ਜਾਂ ਬੀਣਾ ਜਾਂ ਹੋਰ ਜੋ ਵੀ ਹੈ, ਮੈਨੂੰ ਲੱਗਦਾ ਉੱਥੇ 24 ਘੰਟੇ ਵਜਾਈ ਜਾਂਦੇ ਨੇ। ਯਾਨੀ 12 ਘੰਟੇ ਦੀ ਸ਼ਿਫਟ ਜਿਵੇਂ ਹੋਵੇ ਅਤੇ ਇੱਕ ਛੱਡ ਜਾਣੀ 12 ਘੰਟਿਆਂ ਦੀ ਸ਼ਿਫਟ ਖਤਮ ਹੋਈ ਅਤੇ ਨਾਲੇ ਉਹ ਆ ਗਏ ਪਹਿਲਾਂ ਜਿਵੇਂ ਆਪਣੇ ਸ਼ਿਫਟ 'ਚ ਕੰਮ ਕਰਦੇ ਨੇ 8-8 ਘੰਟਿਆਂ ਦੀ ਸ਼ਿਫਟ ਹੈ, ਅਤੇ ਉਹ ਲਗਾਤਾਰ ਵੱਜਦੇ ਰਹਿੰਦੇ ਨੇ ਮੀਨਸ, ਕਿਉਂਕਿ ਕਿਤੇ ਇਹ ਚੁੱਪ ਕਰਾਇਆ ਹੀ ਨਹੀਂ। ਇਹ ਜਿੱਦਾਂ ਸ਼ੁਰੂ ਕੀਤਾ ਆਪਾਂ ਕਥਾ, ਇੰਨੇ ਨੂੰ ਧਰਤੀ ਉੱਤੇ ਬਹੁਤ ਜ਼ੋਰ ਨਾਲ ਰਾਮ ਰਾਜ ਦੀ ਜੈਦੀ ਧੁਨ ਉੱਠੀ, ਜਿਸ ਨੂੰ ਸੁਣ ਕੇ ਉਹ ਹੇਠਾਂ ਉਤਰੀ ਅਤੇ ਅੰਦਰ ਜਾਂਦਿਆਂ ਹੀ ਕੈਕਈ ਨਾਲ ਇਸ ਤਰ੍ਹਾਂ ਗੱਲ ਕਰਨ ਲੱਗੀ। ਕੌਣ? ਆਪਣੇ ਮੰਥਰਾ। ਜਿਸ ਨੂੰ ਸੁਣ ਕੇ ਉਹ ਹੇਠਾਂ ਉਤਰੀ ਅਤੇ ਅੰਦਰ ਜਾਂਦਿਆਂ ਹੀ ਕੈਕਈ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਲੱਗੀ। ਗੱਲ ਹੁਣ ਹੱਥੋਂ ਨਿਕਲ ਚੱਲੀ ਹੈ, ਤੂੰ ਸਵਾਮੀ ਪਾਸੋਂ ਉਹ ਵਰ ਕਿਹੜੀ ਰਾਤ ਨੂੰ ਮੰਗੇਂਗੀ। ਮੰਥਰਾ ਹੈ ਕੌਣ ਜੀ? ਇਹ ਆਪਾਂ ਵਾਪਸ ਜਾ ਕੇ ਚੈੱਕ ਕਰ ਲਈਏ। ਇਹ ਜਿਹੜੀ ਕਿਉਂਕਿ ਹੁਣ ਉਹ ਆ ਗਿਆ ਨਾ, ਜਿਹੜਾ ਵਰ ਮੰਗਿਆ ਸੀਗਾ ਉਹਨੇ ਕੈਕਈ ਦੇ ਪਿਓ ਨੇ, ਯਾਨੀ ਕੰਡੀਸ਼ਨ ਰੱਖੀ ਸੀ, ਮੈਨੂੰ ਉਹ ਗੱਲ ਚੇਤੇ ਆ ਗਈ। ਜਦੋਂ ਰਾਜ ਤਿਲਕ ਹੋਣ ਲੱਗਿਆ ਅਤੇ ਮੰਥਰਾ, ਉਸ ਵੇਲੇ ਬ੍ਰਹਮਾ ਨੇ ਮੰਥਰਾ ਨਾਮ ਦੀ ਇੱਕ ਗੰਧਰਵਨੀ ਭੇਜੀ। ਬ੍ਰਹਮਾ ਨੇ ਭੇਜੀ ਜਾਂ ਜਿਹੜੀ ਕੈਕਈ ਦੀ ਮਾਂ ਨੇ ਭੇਜੀ, ਆਈ ਡੋਂਟ ਨੋ, ਕਿਉਂਕਿ ਚਲੋ ਹੁਣ ਸਮਝ ਲੱਗਦੇ ਆ ਜੀ, ਅੱਗੇ ਪਤਾ ਲੱਗੂਗਾ। ਹੁਣ ਗੱਲ ਹੱਥੋਂ ਨਿਕਲ ਚੱਲੀ ਹੈ, ਤੂੰ ਸਵਾਮੀ ਪਾਸੋਂ ਉਹ ਵਰ ਕਿਹੜੀ ਰਾਤ ਨੂੰ ਮੰਗੇਂਗੀ। ਕੈਕਈ ਦੇ ਨਾਲ ਗੱਲਬਾਤ ਹੋ ਰਹੀ ਹੈ ਇਹ ਮੰਥਰਾ ਦੀ। ਕੈਕਈ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਸਾਰੇ ਅੰਗਾਂ ਸਮੇਤ ਦੁਖੀ ਹੋ ਗਈ। ਗਸ਼ ਖਾ ਕੇ ਧਰਤੀ ਉੱਤੇ ਇਸ ਤਰ੍ਹਾਂ ਡਿੱਗ ਪਈ ਜਿਵੇਂ ਸੁੰਦਰ ਹਿਰਨੀ ਤੀਰ ਲੱਗਣ ਨਾਲ ਡਿੱਗਦੀ ਹੈ। ਜਦੋਂ ਸੁਰਤ ਪਰਤੀ ਤਾਂ ਜਾਂਦਿਆਂ ਹੀ ਰਾਜੇ ਦਸ਼ਰਥ ਨੂੰ ਇਸ ਤਰ੍ਹਾਂ ਬੋਲਣ ਲੱਗੀ, ਹੇ ਰਾਜਨ, ਮੈਨੂੰ ਵਰ ਦਿਓ ਜੋ ਤੁਸੀਂ ਮੈਨੂੰ ਦੇਣ ਲਈ 2 ਵਰ ਕਹੇ ਹੋਏ ਹਨ। ਰਾਮ ਨੂੰ ਬਨਵਾਸ ਦਿਓ ਅਤੇ ਮੇਰੇ ਪੁੱਤਰ ਭਰਤ ਨੂੰ ਆਪਣਾ ਰਾਜ ਦਿਓ। ਰਾਜ ਦਾ ਸਮਾਨ ਸੰਪਤੀ ਦੇਵੋ ਚੌਰ ਅਤੇ ਛਤਰ, ਜਾਣੀ ਜਦੋਂ ਦਾ ਹੋਣਾ ਨਾ ਉਹ ਰਾਜ ਤਿਲਕ ਹੋਣਾ, ਉਹਦੀ ਜਿਹੜੀ ਸਮੱਗਰੀ ਹੈ ਸਾਰੀ ਉਹ ਦਿਓ, ਉਹਦੀ ਚੌਰ ਅਤੇ ਛਤਰ ਅਤੇ ਦੇਸ਼ ਵਿਸ਼ੇਸ਼ ਦੀ ਹਕੂਮਤ, ਇਹ ਸਭ ਮੇਰੇ ਪੁੱਤਰ ਨੂੰ ਦਿਓ। ਜਿਹੜੀ ਸਾਰੀ ਹਕੂਮਤ ਆ ਆਪਣੇ ਪੁੱਤਰ ਨੂੰ ਬਿਲਕੁਲ ਜੀ ਉਹ ਦੇਣੀ ਬਣਦੀ ਆ ਉਹਨੂੰ। ਤਦ ਮੈਂ ਤੁਹਾਨੂੰ ਸਤ, ਸ਼ੀਲ, ਜਤ ਅਤੇ ਭਰਤ ਨੂੰ ਪਾਲਣ ਵਾਲਾ ਪਛਾਣਾਂਗੀ ਜਾਂ ਮੰਨਾਂਗੀ। ਵੀ ਉਸੇ ਹਾਲਾਤ 'ਚ ਮੈਂ ਤੈਨੂੰ ਮੰਗੂ ਵੀ ਤੂੰ ਸੱਤ ਆ, ਸ਼ੀਲ ਆ, ਜਤ ਅਤੇ ਬ੍ਰਤ ਨੂੰ ਉਹਦੀ ਪਾਲਣ ਕਰਨ ਵਾਲਾ ਹੈ।
ਰਾਜੇ ਨੇ ਕਿਹਾ, ਹੇ ਪਾਪਣੇ, ਬਨ ਵਿੱਚ ਰਾਮ ਨੂੰ ਕੱਢ ਕੇ ਕੀ ਯਸ਼ ਪ੍ਰਾਪਤ ਕਰੇਂਗੀ। ਯਾਨੀ ਇਹ ਤਾਂ ਉਹਦੀ ਗਲਤ ਗੱਲ ਹੈ ਜੀ ਜਿਹੜੀ ਕਈ ਨੇ, ਪਰ ਉਹਨੇ ਵਰ ਦੋ ਮੰਗੇ ਸੀਗੇ, ਰਾਜੇ ਨੇ ਉਦੋਂ ਤਾਂ ਦੇ ਤੇ ਉਹਦੇ ਨਾਲ ਵਿਆਹ ਕਰਾਉਣ ਦੇ ਮਾਰੇ ਨੇ। ਤੇ ਹੁਣ ਉਹਨੇ ਇੱਕ ਤਾਂ ਚਲੋ ਉਹਦੇ ਪਿਓ ਨੇ, ਜਾਣੀ ਕਿ ਕਈ ਦੇ ਪਿਓ ਨੇ ਕਿਹਾ ਸੀਗਾ ਵੀ ਇਹ ਜਿਹੜਾ ਉਹਦਾ ਉੱਤਰਾਧਿਕਾਰੀ ਹੋਊਗਾ ਰਾਜੇ ਦਸ਼ਰਥ ਦਾ, ਉਹਦਾ ਹੋਊਗਾ, ਕਈ ਦੀ ਔਲਾਦ ਹੋਊਗੀ। ਦੂਜਾ ਉਹਨੇ ਕਿਹਾ ਵੀ ਰਾਮਚੰਦਰ ਉਹਨਾਂ ਨੂੰ ਭੇਜੋ ਬਾਹਰ। ਤੇਰੇ ਮੂੰਹ ਵਿੱਚ ਸਵਾਹ ਪੈ ਗਈ, ਇਹ ਤਲਵਾਰ ਦੀ ਕਾਟ ਵਰਗੀ ਗੱਲ ਕਿਸ ਤਰ੍ਹਾਂ ਕਹਿ ਦਿੱਤੀ। ਰਾਜਾ ਬਹੁਤ ਔਖਾ ਹੋਇਆ ਜੀ, ਵੀ ਤੇਰੀ ਜੁਰਤ ਕਿੱਦਾਂ ਹੋ ਗਈ ਵੀ ਇਹੋ ਜਿਹੀ ਗੱਲ ਤੂੰ ਕੀਤੀ, ਤੇਰਾ ਸਵਾਹ ਪੈ ਜਾਵੇ ਤੇਰੇ ਮੂੰਹ ਦੇ ਵਿੱਚ, ਜਿਵੇਂ ਤਾਨੇ ਮਿਹਣੇ ਚੱਲਦੇ ਆ ਜੀ ਹੁਣ। ਫਿਰ ਗੁੱਸੇ ਵਿੱਚ ਰਾਜਾ ਧਨੁਸ਼ ਲੈ ਕੇ ਕਹਿਣ ਲੱਗਾ, ਇਸ ਵੇਲੇ ਤੈਨੂੰ ਕੱਟ ਦੇਵਾਂ। ਲਓ, ਐਡੀ ਵੀ ਯਾਰ ਗੱਲ ਨਹੀਂ ਹੈਗੀ। ਹੁਣ ਉਹਨੇ ਆਪ ਵਾਅਦਾ ਕੀਤਾ ਸੀਗਾ ਵੀ ਮੈਂ 2 ਵਾਰ ਤੈਨੂੰ ਦਿੱਤੇ, ਉਹਦਾ ਸੂਹ ਮਾਰਨ ਤੇ ਆ ਗਿਆ ਹੁਣ। ਪਰ ਤੇਰਾ ਨਾਸ਼ ਨਹੀਂ ਕਰਦਾ, ਤੈਨੂੰ ਇਸਤਰੀ ਵੇਖ ਕੇ ਛੱਡਦਾ ਹਾਂ। ਨਾਗ ਸਰੂਪੀ ਛੰਦ। ਰਾਮ ਮਨੁੱਖਾਂ ਅਤੇ ਦੇਵਤਿਆਂ ਦਾ ਸੁਆਮੀ ਹੈ ਅਤੇ ਭੇਦ ਰਹਿਤ ਧਰਮ ਦਾ ਘਰ ਹੈ ਹੇ ਬੇਵਕੂਫ ਇਸਤਰੀ, ਤੂੰ ਆਪਣੇ ਮਨ ਤੋਂ ਕਮਲੀ ਗੱਲ ਕਿਉਂ ਕਰ ਰਹੀ ਹੈ। ਰਾਮ ਅੰਤ ਰਹਿਤ ਅਗਾਹ ਦੇਵ ਹੈ, ਤੱਤਾਂ ਤੋਂ ਬਿਨਾਂ ਸ਼ੋਭਾ ਵਾਲਾ ਹੈ, ਤੱਤੇ ਦੇ ਪੈਰ 'ਚ ਵਾਹਵਾ ਪਾਇਆ ਹੋਇਆ ਜੀ। ਸੋ ਪੇਜ 429 ਤੇ ਆ ਗਏ ਆਪਾਂ। ਕਿਰਪਾਲੂ ਤੇ ਬਖਸ਼ਿਸ਼ ਕਰਨ ਵਾਲਾ ਹੈ, ਮਾੜੀ ਹਾਲਤ ਨੂੰ ਸੁਧਾਰਨ ਵਾਲਾ ਦਿਆਲੂ ਹੈ, ਅਨੇਕਾਂ ਸੰਤਾਂ ਨੂੰ ਉਤਾਰਨ ਵਾਲਾ ਹੈ, ਦੈਂਤਾਂ ਤੇ ਦੇਵਤਿਆਂ ਦਾ ਕਾਰਨ ਰੂਪ ਹੈ, ਇੰਦਰ ਦੇ ਸਰੂਪ ਵਾਲਾ ਹੈ ਅਤੇ ਸਿੱਧੀਆਂ ਦਾ ਅਮੁੱਕ ਭੰਡਾਰ ਹੈ। ਫਿਰ ਕਈ ਕਹਿਣ ਲੱਗੀ, ਹੇ ਰਾਜਨ, ਮੈਨੂੰ ਵਰ ਦਿਓ। ਉਹ ਦੇਣਾ ਪੈਣਾ ਰਾਜੇ ਤੈਨੂੰ ਹੁਣ। ਜੋ ਤੁਸੀਂ ਕਹੋਗੇ ਉਹ ਪੂਰਾ ਕਰੋ, ਜੋ ਤੁਸੀਂ ਕਹੇ ਹੋਏ ਹਨ ਉਹਨੂੰ ਪੂਰਾ ਕਰੋ। ਵੀ ਤੈਂ ਪ੍ਰੋਮਿਸ ਕੀਤਾ ਹੋਇਆ 2 ਉਹਦੀਆਂ ਸ਼ਰਤਾਂ ਮੰਨਣੀਆਂ ਜਾਂ ਵਰ। ਹੇ ਰਾਜਨ, ਮਨ ਵਿੱਚ ਕੋਈ ਸ਼ੰਕਾ ਨਾ ਧਾਰੋ, ਬੋਲ ਕਹਿ ਕੇ ਬੋਲ ਤੋਂ ਨਾ ਹਾਰੋ। ਵੀ ਜਿਹੜਾ ਹੁਣ ਤੂੰ ਵਾਦਾ ਜੋ ਕੀਆ ਹੈ ਉਹ ਨਿਭਾਉਣਾ ਹੈ, ਇਹ ਨਿਭਾਉਣਾ ਪੈਣਾ ਹੁਣ। ਜਦ ਤਾਂ ਕਹਿੰਦਾ ਸੀ ਵੀ ਮੇਰਾ ਵਿਆਹ ਹੋ ਜਾਵੇ ਦਵਾ ਦਵ ਉਹਦੇ ਨਾਲ। ਨਗ ਸਰੂਪੀ ਅੱਧਾ ਛੰਦ। ਇੱਕ ਹੋਰ ਛੰਦ ਆ ਗਿਆ ਜੀ, ਨਗ ਸਰੂਪੀ ਅੱਧਾ ਛੰਦ। ਹੇ ਰਾਜਨ, ਲੱਜਾ ਨਾ ਕਰੋ, ਬਚਨ ਤੋਂ ਨਾ ਫਿਰੋ, ਰਾਮ ਨੂੰ ਤਪੋਬਨ ਵੱਲ ਭੇਜੋ, ਰਾਮ ਨੂੰ ਵਿਦਾ ਕਰ ਦਿਓ, ਧਰਤੀ ਦਾ ਭਾਰ ਦੂਰ ਕਰੋ, ਬਚਨਾਂ ਤੋਂ ਨਾ ਫਿਰੋ, ਸਥਿਰ ਹੋਵੋ। ਹੇ ਰਾਜਾ ਵਸ਼ਿਸ਼ਠ ਅਤੇ ਰਾਜ ਪੁਰੋਹਿਤ ਨੂੰ ਬੁਲਾ ਲਵੋ ਅਤੇ ਰਾਮਚੰਦਰ ਨੂੰ ਬਣ ਭੇਜੋ। ਰਾਜੇ ਦਸ਼ਰਥ ਨੇ ਸਫਾ ਚੱਲ 429 ਛੇਤੀ ਮੁੱਕ ਗਿਆ ਜੀ 430। ਦਸ਼ਰਥ ਨੇ ਠੰਡਾ ਸਾਹ ਲਿਆ ਅਤੇ ਘੇਰਨੀ ਖਾ ਕੇ ਧਰਤੀ 'ਤੇ ਵੀ ਮਿੰਟ 'ਚ ਡਿੱਗਦੇ ਨੇ ਵੀ ਸਾਰੇ। ਇਹ ਵੀ ਡਿੱਪਿਆ ਜੀ। ਉੱਧਰੋਂ ਸੀਤਾ ਡਿੱਪੀ ਸੀ ਰਾਮ ਨੂੰ ਦੇਖ ਕੇ, ਫਿਰ ਇੱਕ ਕਈ ਡਿੱਗੀ ਇਹਨੂੰ ਦੇਖ ਕੇ ਵੀ ਰਾਜ ਤਿਲਕ ਹੋਣ ਲੱਗਿਆ ਰਾਮਚੰਦਰ ਦਾ, ਅਤੇ ਹੁਣ ਦਸ਼ਰਥ ਡਿੱਪਿਆ। ਅਤੇ ਜਦੋਂ ਰਾਜਾ ਅਚੇਤ ਅਵਸਥਾ ਤੋਂ ਫਿਰ ਉੱਠ ਵੀ ਛੇਤੀ ਖੜ੍ਹਦੇ ਨੇ ਨਹੀਂ ਡਿੱਗ ਕੇ, ਤਾਂ ਹੋਕਾ ਲੈ ਕੇ ਉਦਾਸ ਹੋ ਗਿਆ। ਉਗਾਦ ਛੰਦ। ਅੱਗੇ ਉਗਾਦ ਛੰਦ ਆ ਜੀ। ਰਾਜੇ ਦੀਆਂ ਅੱਖਾਂ ਭਰ ਆਈਆਂ। ਰਾਜੇ ਨੇ ਜਲ ਭਰੀਆਂ ਅੱਖਾਂ ਨਾਲ ਅਤੇ ਉਦਾਸ ਬਚਨਾਂ ਨਾਲ ਕੇਕਈ ਨੂੰ ਕਿਹਾ, ਹੇ ਨੀਚ ਔਰਤ, ਬੁਰੇ ਸੁਭਾਅ ਵਾਲੀ, ਤੂੰ ਕਲੰਕ ਰੂਪਣੀ, ਹੇ ਬੁਰੀ ਸੁਭਾਅ ਦੀ ਖੂਹ, ਹੇ ਨਿਰਲਜ ਅੱਖਾਂ ਵਾਲੀ। ਨਿਰਲਜ ਮੀਨਸ ਲੱਜਾ ਰਹਿਤ ਮੇਰਾ ਖਿਆਲ। ਹੇ ਬੁਰੇ ਬੋਲਣ ਵਾਲੀ, ਹੇ ਕਾਹਤੇ ਕਹਿੰਦੇ ਨੇ ਮੈਨੂੰ ਇਹ ਨਹੀਂ ਸਮਝ ਲੱਗੀ। ਹੇ ਕਲੰਕ ਕਰਨ ਵਾਲੀ, ਹੇ ਅਮੀਰੀ ਨੂੰ ਨਸ਼ਟ ਕਰਨ ਵਾਲੀ, ਹੇ ਨਾ ਕਰਨ ਯੋਗ ਕਰਮਾਂ ਨੂੰ ਕਰਨ ਵਾਲੀ, ਹੇ ਨਿਰਲਜ ਧਰਮ ਵਾਲੀ, ਹੇ ਬੇਸ਼ਰਮੀ ਦਾ ਘਰ। ਤਾਨੇ ਮਿਹਣੇ ਨੇ ਜੀ। ਇਹ ਰੂਪ ਨਿਰਲਜ ਇਸਤਰੀ, ਬਦਨਾਮੀ ਕਰਾਉਣ ਵਾਲੀ, ਹੇ ਸ਼ੋਭਾ ਨੂੰ ਨਸ਼ਟ ਕਰਨ ਵਾਲੀ। ਲਓ ਜੀ, ਪੇਜ 29 ਤੇ 30 ਇੱਕੋ ਮਿੰਟੋ ਮਿੰਟੀ ਖਤਮ। 31 ਵੀ ਆਈ ਲੱਗਦਾ ਮੈਨੂੰ। ਹੇ ਲੱਜਾਹੀਣ ਇਸਤਰੀ, ਹੇ ਕੁਕਰਮ ਕਰਨ ਵਾਲੀ, ਹੇ ਅਧਰਮ ਰੂਪ ਵਾਲੀ, ਨਾ ਕੱਜੇ ਜਾਣ ਵਾਲੇ ਪਾਪਾਂ ਦੇ ਖੂਹ ਦੇ ਰੂਪ ਵਾਲੀ, ਹੇ ਪਾਪਾਂ ਦੀ ਪਿਟਾਰੀ, ਹੋਏ ਕੁਕਰਮ ਕਰਨ ਵਾਲੀ, ਹੇ ਮਾਰਿਆ ਨਾ ਮਰਨ ਵਾਲੀ, ਹੇ ਬੁਰੇ ਕੰਮ ਕਰਨ ਵਾਲੀ। ਇਹ 10 ਗ੍ਰੰਥ ਆ ਇਹ। ਕਈ ਨੇ ਕਿਹਾ ਜਦੋਂ ਉਹਨੇ ਬਾਹਲੇ ਜਾਣੀ ਚੱਕਰ ਬੰਨ੍ਹਤੇ ਰਾਜੇ ਦੇ ਮਿਹਣਿਆਂ ਦੇ, ਤੇ ਕਈ ਦਾ ਫਿਰ ਧਰਵਾਸਾ ਟੁੱਟਿਆ। ਉਹ ਕਹਿੰਦੀ ਬਸ ਹੁਣ ਤੈਨੂੰ ਮੈਂ, ਹੇ ਰਾਜਨ, ਮੇਰਾ ਕਿਹਾ ਮੰਨੋ, ਆਪਣਾ ਕਿਹਾ ਯਾਦ ਕਰੋ, ਜੋ ਕਿਹਾ ਸੀ ਉਸ ਅਨੁਸਾਰ ਮੈਨੂੰ 2 ਵਰ ਦਿਓ, ਚੇਤੇ ਕਰ ਲਵੋ, ਜੋ ਕਿਹਾ ਸੀ ਉਹੀ ਦਿਓ।
ਧਰਮ ਨਾ ਹਾਰੋ, ਭਰਮ ਦੇ ਵਿੱਚ ਪੈ ਕੇ ਬਚਨਾਂ ਨੂੰ ਨਾ ਟਾਲੋ, ਵਸ਼ਿਸ਼ਟ ਨੂੰ ਬੁਲਾ ਲਵੋ ਜੋ ਅਦੁੱਤੀ ਇਸ਼ਟ ਹੈ। ਸੀਤਾ ਦੇ ਪਤੀ ਰਾਮਚੰਦਰ ਨੂੰ ਇਹ ਗੱਲ ਕਹੋ ਅਤੇ ਦੇਸੋਂ ਕੱਢ ਦਿਓ। ਦੇਰੀ ਨਾ ਕਰੋ, ਮੇਰੀ ਬੇਨਤੀ ਮੰਨ ਲਵੋ। ਰਾਮ ਨੂੰ ਰਿਸ਼ੀ ਭੇਸ ਧਾਰਨ ਕਰਾ ਕੇ, ਉਹਨੂੰ ਇੱਕ ਰਿਸ਼ੀ ਦਾ, ਸਾਧੂ ਦਾ ਭੇਸ ਧਾਰਨ ਕਰਾ ਕੇ ਸਫਾ 432 ਘਰ ਤੋਂ ਕੱਢ ਦਿਓ। ਰਾਜੇ ਨੇ ਕਿਹਾ, ਹੇ ਇਆਣੀ ਚੁੱਪ ਕਿਉਂ ਨਹੀਂ ਰਹਿੰਦੀ? ਕੀ ਦੀਵਾਨੀ ਹੋ ਗਈ ਹੈ? ਹੇ ਪਗਲੀਏ ਚੁੱਪ ਕਿਉਂ ਨਹੀਂ ਕਰਦੀ? ਹੇ ਬਕਵਾਦਣੇ ਬਕਦੀ ਜਾਂਦੀ ਹੈ, ਯਾਨੀ ਬਕਵਾਸ ਕਿਉਂ ਕਰੀ ਜਾਂਦੀ ਹੈ? ਤੇਰੇ ਰੂਪ ਨੂੰ ધિਕਾਰ ਹੈ, ਤੇਰੇ ਰੂਪ ਨੂੰ। ਉਦੋਂ ਤਾਂ ਰਾਜਾ ਤੂੰ ਲੱਟੂ ਹੋਇਆ ਫਿਰਦਾ ਸੀ, ਉਹਦੇ 'ਤੇ ਵੀ ਮੈਂ ਵਿਆਹ ਕਰਾਉਣਾ ਹੀ ਕਰਾਉਣਾ ਇਹਦੇ ਨਾਲ। ਜਿਹੜੀਆਂ ਸ਼ਰਤਾਂ ਤੂੰ ਦੇਖੀਆਂ ਵੀ ਨਹੀਂ ਗੀਆਂ। ਤੂੰ ਨੀਚਤਾ ਦਾ ਖੂਹ ਹੈ, ਬੁਰੇ ਬੋਲ ਬੋਲਣ ਵਾਲੀ ਹੈ। ਫਿਰ ਉਹੀ ਗੱਲਾਂ ਆ ਗਈਆਂ ਜੀ। ਅਤੇ ਰਾਜੇ ਨੂੰ ਨਸ਼ਟ ਕਰਨ ਵਾਲੀ ਸ਼ੈਣੀ ਹੈ। ਘਰ ਦੇ ਆਸਰਾ ਰੂਪ ਰਾਮ ਨੂੰ ਕੱਢ ਦਿੱਤਾ ਹੈ ਅਤੇ ਆਪਣੇ ਸੁਆਮੀ ਨਜੇਸ਼ ਨੂੰ ਮਾਰਿਆ ਹੈ। ਇਹਦੀ ਮੈਨੂੰ ਸਮਝ ਤੋਂ ਬਾਹਰ ਹੈ ਜੀ। ਭੈੜੇ ਕਰਮ ਦੇ ਸਰੂਪ ਵਾਲੀ ਹੈ ਉਗਾਥਾ ਛੰਦ। ਇਸਤਰੀਆਂ ਨੇ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ, ਨਾ ਬਾਹੇ ਜਾ ਸਕਣ ਵਾਲਿਆਂ ਨੂੰ ਬਾਹ ਲਿਆ, ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡ ਦਿੱਤਾ, ਨਾ ਡੰਗੇ ਜਾਣ ਵਾਲਿਆਂ ਨੂੰ ਡੰਗ ਦਿੱਤਾ, ਨਾ ਮੁੰਨੇ ਜਾਣ ਵਾਲਿਆਂ ਨੂੰ ਮੁੰਨ ਦਿੱਤਾ, ਨਾ ਭੰਗ ਹੋਣ ਵਾਲਿਆਂ ਨੂੰ ਉਹਨਾਂ ਨੂੰ ਭੰਗ ਕਰ ਦਿੱਤਾ, ਨਾ ਭੰਗ ਹੋਣ ਵਾਲਿਆਂ ਨੂੰ ਭੰਗ ਕਰ ਦਿੱਤਾ। ਨਾ ਕੀਤੇ ਜਾ ਸਕਣ ਵਾਲੇ ਕੰਮਾਂ ਨੂੰ ਕਰ ਲਿਆ, ਨਾ ਲਿਖੇ ਜਾ ਸਕਣ ਵਾਲਿਆਂ ਨੂੰ ਲਿਖ ਦਿੱਤਾ, ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ, ਨਾ ਖਾਧੇ ਜਾ ਸਕਣ ਵਾਲਿਆਂ ਨੂੰ ਖਾ ਲਿਆ। ਹੁਣ ਮੈਂ ਹੋਰ ਕਿੰਨੀਆਂ ਐਡ ਕਰੀ ਜਾਵਾਂ ਆਪਣੇ ਵੱਲੋਂ ਇਹਦੇ 'ਚ, ਜਿੰਨੀਆਂ ਦਿਮਾਗ 'ਚ ਆਉਂਦੀਆਂ ਨੇ ਗੱਲਾਂ। ਨਾ ਥਾਹ ਪਾਏ ਜਾ ਸਕਣ ਵਾਲਿਆਂ ਨੂੰ ਥਾਹ ਪਾ ਲਈ, ਨਾ ਸੜਨ ਵਾਲਿਆਂ ਨੂੰ ਸਾੜ ਦਿੱਤਾ, ਨਾ ਭੱਜਣ ਵਾਲਿਆਂ ਨੂੰ ਭੰਨ ਦਿੱਤਾ, ਨਾ ਫੜੇ ਜਾਣ ਵਾਲਿਆਂ ਨੂੰ ਫੜ ਲਿਆ, ਨਾ ਭਿੱਜਣ ਵਾਲਿਆਂ ਨੂੰ ਭਿਗੋ ਦਿੱਤਾ, ਨਾ ਫਸਣ ਵਾਲਿਆਂ ਨੂੰ ਫਸਾ ਲਿਆ, ਨਾ ਖੱਪ ਸਕਣ ਵਾਲਿਆਂ ਨੂੰ ਖਪਾ ਦਿੱਤਾ, ਨਾ ਚੱਲ ਸਕਣ ਵਾਲਿਆਂ ਨੂੰ ਚਲਾ ਦਿੱਤਾ। ਧੰਨਵਾਦ ਜੀ ਕਵੀ ਜੀ ਜਿਹਨੇ ਵੀ ਇਹ ਲਿਖਿਆ। 432 ਸੁਖਨਾ 433 'ਤੇ ਆਪਾਂ ਆ ਗਏ ਹਾਂ। ਨਾ ਭੇਦੇ ਜਾ ਸਕਣ ਵਾਲਿਆਂ ਨੂੰ ਭੇਦ ਦਿੱਤਾ, ਨਾ ਡੰਡੇ ਜਾ ਸਕਣ ਵਾਲਿਆਂ ਨੂੰ ਡੰਡ ਦਿੱਤਾ, ਨਾ ਕੀਤੇ ਜਾ ਸਕਣ ਵਾਲਿਆਂ ਨੂੰ ਕਰ ਦਿੱਤਾ, ਨਾ ਮੰਡੇ ਜਾ ਸਕਣ ਵਾਲਿਆਂ ਨੂੰ ਮੰਡ ਦਿੱਤਾ, ਨਾ ਛੇਦੇ ਜਾ ਸਕਣ ਵਾਲਿਆਂ ਨੂੰ ਛੇਦ ਦਿੱਤਾ, ਨਾ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ, ਨਾ ਚੁਰਾਏ ਜਾ ਸਕਣ ਵਾਲਿਆਂ ਨੂੰ ਚੁਰਾ ਲਿਆ, ਨਾ ਠੱਗੇ ਜਾ ਸਕਣ ਵਾਲਿਆਂ ਨੂੰ ਠੱਗ ਲਿਆ, ਨਾ ਵੱਖ ਕੀਤੇ ਜਾ ਸਕਣ ਵਾਲਿਆਂ ਨੂੰ ਵੱਖ ਕਰ ਦਿੱਤਾ, ਨਾ ਫੁੱਟਣ ਵਾਲਿਆਂ ਨੂੰ ਫੋੜ ਦਿੱਤਾ, ਨਾ ਕੱਜੇ ਜਾ ਸਕਣ ਵਾਲਿਆਂ ਨੂੰ ਕੱਜ ਦਿੱਤਾ, ਨਾ ਜੋੜੇ ਜਾ ਸਕਣ ਵਾਲਿਆਂ ਨੂੰ ਜੋੜ ਦਿੱਤਾ। ਇਸ ਤਰ੍ਹਾਂ ਨਾ ਦਾਗੇ ਜਾ ਸਕਣ ਵਾਲਿਆਂ ਨੂੰ ਦਾਗ ਦਿੱਤਾ, ਨਾ ਮੋੜੇ ਜਾ ਸਕਣ ਵਾਲਿਆਂ ਨੂੰ ਮੋੜ ਦਿੱਤਾ, ਨਾ ਖਿੱਚੇ ਜਾ ਸਕਣ ਵਾਲਿਆਂ ਨੂੰ ਖਿੱਚ ਲਿਆ, ਨਾ ਜੁੜ ਸਕਣ ਵਾਲਿਆਂ ਨੂੰ ਜੋੜ ਦਿੱਤਾ, ਨਾ ਕੱਢੇ ਜਾ ਸਕਣ ਵਾਲਿਆਂ ਨੂੰ ਕੱਢ ਦਿੱਤਾ, ਨਾ ਸਾਧੇ ਜਾ ਸਕਣ ਵਾਲਿਆਂ ਨੂੰ ਸਾਧ ਦਿੱਤਾ, ਨਾ ਫਟ ਸਕਣ ਵਾਲਿਆਂ ਨੂੰ ਫਾੜ ਦਿੱਤਾ, ਨਾ ਫਸਣ ਵਾਲਿਆਂ ਨੂੰ ਫਸਾ ਲਿਆ। ਧੰਦੇ ਤੋਂ ਰਹਿਤਾਂ ਨੂੰ ਧੰਦੇ ਲਾਇਆ ਹੈ, ਧੰਦੇ ਤੋਂ ਰਹਿਤ ਵਾਲਿਆਂ ਨੂੰ ਧੰਦੇ ਲਾਇਆ ਹੈ। ਅਤੇ ਅੱਗੇ ਆਇਆ, ਨਾ ਕੱਜੇ ਸਕਣ ਵਾਲਿਆਂ ਨੂੰ ਕੱਜ ਦਿੱਤਾ। ਧੰਦੇ ਤੋਂ ਰਹਿਤ ਵਾਲਿਆਂ ਨੂੰ ਧੰਦੇ ਲਾਇਆ। ਫਿਰ ਇਹ ਵੀ ਹੋਣਾ ਚਾਹੀਦਾ ਨਾ, ਜਿਹੜੇ ਧੰਦੇ 'ਤੇ ਲੱਗੇ ਹੋਏ ਨੇ ਉਹਨਾਂ ਨੂੰ ਧੰਦੇ ਤੋਂ ਹਟਾ ਦਿੱਤਾ। ਇਹ ਮੈਂ ਕੋਲੋਂ ਜੋੜ ਰਿਹਾ ਜੀ ਆਪਣੇ। ਨਾ ਵੱਖ ਹੋਣ ਵਾਲਿਆਂ ਨੂੰ ਵੱਖ ਕਰ ਦਿੱਤਾ, ਨਾ ਭੱਜਣ ਵਾਲਿਆਂ ਨੂੰ ਲੱਭ ਲਿਆ, ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਲਿਆ, ਨਾ ਬੰਨੇ ਜਾ ਸਕਣ ਵਾਲਿਆਂ ਨੂੰ ਬੰਨ੍ਹ ਲਿਆ, ਨਾ ਚੀਰੇ ਜਾ ਸਕਣ ਵਾਲਿਆਂ ਨੂੰ ਚੀਰ ਦਿੱਤਾ, ਨਾ ਤਾੜੇ ਜਾ ਸਕਣ ਵਾਲਿਆਂ ਨੂੰ ਤਾੜ ਦਿੱਤਾ। ਸਥਾਪਨਾਹੀਣਾਂ ਨੂੰ ਸਥਾਪਿਤ ਕਰ ਲਿਆ, ਨਾ ਪਾਟਣ ਵਾਲਿਆਂ ਨੂੰ ਪਾੜ ਦਿੱਤਾ। ਹੁਣ ਯਾਨੀ ਜਿਹੜੇ ਸਥਾਪਿਤਹੀਣਾਂ ਨੂੰ ਸਥਾਪਿਤ ਕਰ ਦਿੱਤਾ, ਜਿਹੜੇ ਸਥਾਪਿਤ ਹੋਏ ਸੀਗੇ ਉਹਨਾਂ ਨੂੰ ਸਥਾਪਨਾਹੀਣ ਕਰ ਦਿੱਤਾ। ਇਹ ਮੈਂ ਕੋਲੋਂ ਲਾ ਰਿਹਾ ਜੀ। ਨਾ ਧੱਕੇ ਜਾ ਸਕਣ ਵਾਲਿਆਂ ਨੂੰ ਧੱਕ ਦਿੱਤਾ, ਅਪੰਗਾਂ ਨੂੰ ਪੰਗੂ ਬਣਾ ਦਿੱਤਾ, ਯੁੱਧ ਤੋਂ ਹੀਣਾਂ ਨੂੰ ਯੁੱਧ ਵਿੱਚ ਰੁਝਾ ਦਿੱਤਾ, ਜੰਗ ਨਾ ਕਰਨ ਵਾਲਿਆਂ ਨੂੰ ਜੰਗ ਵਿੱਚ ਰੁਝਾ ਦਿੱਤਾ, ਨਾ ਕੱਟੇ ਜਾ ਸਕਣ ਵਾਲਿਆਂ ਨੂੰ ਕੁੱਟਿਆ, ਨਾ ਕੁੱਟੇ ਜਾ ਸਕਣ ਵਾਲਿਆਂ ਨੂੰ ਕੁੱਟਿਆ, ਨਾ ਕੁੱਟੇ ਜਾ ਸਕਣ ਵਾਲਿਆਂ ਨੂੰ ਕੁੱਟਿਆ, ਨਾ ਚੂਰਨ ਹੋਣ ਵਾਲਿਆਂ ਨੂੰ ਚੂਰ ਚੂਰ ਕਰ ਦਿੱਤਾ, ਦੌ ਵਿੱਚ ਨਾ ਫਸਣ ਵਾਲਿਆਂ ਨੂੰ ਦੌ ਵਿੱਚ ਫਸਾ ਦਿੱਤਾ, ਅਭੀਰੂਆਂ ਨੂੰ ਭੀਰੂ ਬਣਾ ਦਿੱਤਾ, ਅਭੰਗਾਂ ਨੂੰ ਭੰਨ ਦਿੱਤਾ। ਅਭੀਰੂ ਕੀ ਹੁੰਦੇ ਨੇ ਜੀ ਪਤਾ ਨਹੀਂ। ਆੜਾ ਭੱਬੇ ਨੂੰ ਸਿਹਾਰੀ ਅਤੇ ਰਾਰੇ ਨੂੰ ਦਲੈਂਕੜ। ਨਾ ਟੁੱਕੇ ਜਾ ਸਕਣ ਵਾਲਿਆਂ ਨੂੰ ਟੁੱਕ ਦਿੱਤਾ, ਬਿਨਾਂ ਕਵਚ ਵਾਲਿਆਂ ਨੂੰ ਕਵਚ ਵਾਲਾ ਬਣਾ ਦਿੱਤਾ,
ਨਾ ਦੁਖੀ ਹੋਣ ਵਾਲਿਆਂ ਨੂੰ ਦੁਖੀ ਕਰ ਦਿੱਤਾ ਤੇ ਨਾ ਢਹਿ ਸਕਣ ਵਾਲਿਆਂ ਨੂੰ ਢਾਹ ਦਿੱਤਾ, ਨਾ ਗੰਜੇ ਜਾ ਸਕਣ ਵਾਲਿਆਂ ਨੂੰ ਗੰਜ ਦਿੱਤਾ, ਨਾ ਪਕੜੇ ਜਾ ਸਕਣ ਵਾਲਿਆਂ ਨੂੰ ਪਕੜ ਲਿਆ। ਸਫਾ 434। ਨਾ ਮੁੰਨੇ ਜਾਣ ਵਾਲਿਆਂ ਨੂੰ ਮੁੰਨ ਦਿੱਤਾ, ਨਾ ਧੱਕੇ ਖਾਣ ਵਾਲਿਆਂ ਨੂੰ ਧੱਕੇ ਖਵਾ ਦਿੱਤੇ। ਜੋ ਇਸ ਪ੍ਰਕਾਰ ਦੇ ਗੁਣਾਂ ਵਾਲੀ ਇਸਤਰੀ ਦੇ ਮੋਹ ਵਿੱਚ ਫਸੇ ਹੋਏ ਹਨ, ਉਹਨਾਂ ਨੂੰ ਭਲਾ ਸੁੱਖ ਕਿੱਥੇ। ਬਈ ਉਦੋਂ ਤਾਂ ਤੂੰ ਯਾਨੀ ਸੁੱਖ ਵਿਲਾਸ ਦੇ ਚੱਕਰ ਦੇ ਵਿੱਚ ਤੇ ਤੂੰ ਸਾਰੀਆਂ ਕੰਡੀਸ਼ਨਾਂ ਮੰਨ ਲਈਆਂ। ਰਾਜੇ ਦਸ਼ਰਥ ਮਾੜੀ ਗੱਲ ਹੈ, ਹੁਣ ਦੋਹਰਾ ਆ ਗਿਆ ਜੀ। ਇੱਕ ਗੱਲ ਮੈਨੂੰ ਮੇਰੀ ਪੱਕੀ ਹੈ ਵੀ ਜਿਹੜੇ ਹਿਸਾਬ ਨਾਲ ਮੈਂ ਲੱਗਿਆ ਹੋਇਆ ਨਾ ਗ੍ਰੰਥ ਪੜ੍ਹਨ, ਅਤੇ ਇਹਨਾਂ ਨੇ ਮੈਨੂੰ ਆ ਬੱਸ ਦੇ ਵਿੱਚ ਜਦੋਂ ਮੈਂ ਬੁੱਢਾ ਹੋ ਗਿਆ, ਕਿਤੇ ਬੇਰੁਜ਼ਗਾਰ ਨਹੀਂ ਮੈਂ ਹੋ ਸਕਦਾ, ਘੱਟੋ ਘੱਟ ਬੱਸਾਂ ਦੇ ਵਿੱਚ ਜਾ ਕੇ ਨਾ ਆਪਣੀਆਂ ਚੀਜ਼ਾਂ ਵੇਚ ਸਕਦਾ ਐ ਵੀ ਆਹ ਚੂਰਨ ਖਾਓ ਜੀ, ਪੈਨ ਪੈਨਸਲ ਲਵੋ ਅਤੇ ਕੋਈ ਨਾ ਕੋਈ ਜੰਤਰੀ ਲੈ ਲਓ। ਇਹੋ ਜਿਹਾ ਕੰਮ ਮੈਂ ਕਰ ਸਕਦਾ ਹੋਊਂਗਾ ਜ਼ਰੂਰ, ਥੈਂਕਸ ਟੂ ਦਸਮ ਗ੍ਰੰਥ। ਪ੍ਰੈਕਟਿਸ ਹੋ ਚੱਲੀ ਹੈ ਜੀ। ਇਸ ਤਰ੍ਹਾਂ ਕਿ ਕਈ ਨੇ ਰਾਜੇ ਕੋਲੋਂ ਵਰ ਮੰਗਣ ਲਈ ਹੱਠ ਫੜਿਆ ਹੋਇਆ ਹੈ, ਯਾਨੀ ਬਹੁਤੀ ਹੱਟੀ ਹੋ ਗਈ ਉਹ ਜੀ। ਹੁਣ ਕਾਮ ਦੇ ਤੀਰ ਨਾਲ ਵਿੰਨਿਆ ਹੋਇਆ ਰਾਜਾ ਦਸ਼ਰਥ ਬਹੁਤ ਦੁਖੀ ਹੋ ਰਿਹਾ ਹੈ, ਪਰ ਕਹਿ ਕੀ ਸਕਦਾ ਹੈ। ਕਾਮ ਦਾ ਤੀਰ ਤਾਂ ਉਦੋਂ ਸੀ ਨਾ, ਕਾਮ ਦਾ ਤੀਰ ਤਾਂ ਉਦੋਂ ਸੀਗਾ। ਨਾਲੇ 2 ਸ਼ਾਦੀਆਂ ਹੋ ਗਈਆਂ, ਤੂੰ ਬਸ ਕਰ ਯਾਰ। ਨਾਲੇ ਜਿਹੜੀ ਹੋਰ ਤੂੰ ਕਰਨੀ ਹੈ ਸ਼ਾਦੀ, ਤੇ ਇਹੋ ਜਿਹੀਆਂ ਕੰਡੀਸ਼ਨਾਂ ਤਾਂ ਨਾ ਰੱਖ ਲੈ ਆਪਣੇ ਸਿਰ। ਅਤੇ ਕਾਮ ਦੇ ਤੀਰ ਦਾ ਵਿੰਨਿਆ ਹੋਇਆ ਰਾਜਾ ਦਸ਼ਰਥ ਬਹੁਤ ਦੁਖੀ ਹੋ ਰਿਹਾ ਹੈ, ਪਰ ਕਹਿ ਹੀ ਕੀ ਸਕਦਾ ਹੈ, ਕੁਛ ਵੀ ਨਹੀਂ ਕਹਿ ਸਕਦਾ ਜੀ। ਹੀ ਇਜ਼ ਡਿਊਟੀ ਬਾਊਂਡ। ਅਤੇ ਬਹੁਤ ਤਰ੍ਹਾਂ ਨਾਲ ਰਾਜਾ ਰਾਣੀ ਦੇ ਪੈਰੀਂ ਪੈ ਕੇ ਅਨੇਕਾਂ ਵਾਰੀ ਬੱਚਨ ਨੂੰ ਟਾਲਣ ਦਾ ਵੀ ਯਤਨ ਕਰਦਾ ਹੈ। ਜਾਣੀ ਕਹਿ ਲਓ ਵੀ ਉਹਨੂੰ ਟਰਕਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੂੰ ਟਲ ਜਾ, ਰਹਿਣ ਦੇ, ਪਰ ਉਹ ਨਹੀਂ ਮੰਨੀ। ਇਸਤਰੀ ਨੇ ਵੱਡੇ ਹੱਠ ਨੂੰ ਫੜਿਆ ਹੋਇਆ ਹੈ, ਉਸਨੇ ਇੱਕ ਗੱਲ ਵੀ ਨਹੀਂ ਮੰਨੀ। ਕਿ ਕਈ ਕਹਿ ਰਹੀ ਹੈ ਤੁਸੀਂ ਵਰ ਦਿਓ, ਮੈਂ ਛੱਡਦੀ ਨਹੀਂ, ਭਾਵੇਂ ਤੁਸੀਂ ਕਰੋੜਾਂ ਉਪਾਅ ਕਰੋ। ਕਹਿੰਦੀ ਮੈਂ ਖਹਿੜਾ ਨਹੀਂ ਛੱਡਣਾ ਤੇਰਾ, ਤੂੰ ਜੋ ਮਰਜ਼ੀ ਤਰਲੇ ਕਰ ਲਾ, ਅਤੇ ਮੈਂ ਇਹ 2 ਵਰ ਲੈ ਕੇ ਹੀ ਰਹਿਣੇ ਨੇ। ਪੁੱਤਰ ਨੂੰ ਘਰ ਵਿੱਚ ਰਾਜ ਦਿਓ ਅਤੇ ਰਾਮਚੰਦਰ ਨੂੰ ਬਨਵਾਸ ਦਿਓ। ਇਸਤਰੀ ਦੇ ਬਚਨ ਕੰਨਾਂ ਨਾਲ ਸੁਣਦਿਆਂ ਹੀ ਰਾਜਾ ਬੇਸੁੱਧ ਹੋ ਕੇ ਡਿੱਗ ਪਿਆ, ਜਿਵੇਂ ਬਣ ਵਿੱਚ ਸ਼ਿਕਾਰੀ ਦੇ ਤੀਰ ਨਾਲ ਵਿੰਨੇ ਜਾਣ 'ਤੇ ਸ਼ੇਰ ਡਿੱਗ ਪੈਂਦਾ ਹੈ। ਫੇਰ ਡਿੱਗ ਪਿਆ। ਦੇਖ ਲਓ, ਰਾਜਾ ਪਹਿਲਾਂ ਵੀ ਡਿੱਗਿਆ ਸੀਗਾ, ਹੁਣ ਫੇਰ ਡਿੱਗ ਪਿਆ ਹੈ। ਇਹਨੂੰ ਹੋਸ਼ ਵੀ ਛੇਤੀ ਆ ਜਾਣੀ ਹੈ ਰਾਜੇ ਦਸ਼ਰਥ ਨੂੰ। ਰਾਮ ਨੂੰ ਬਣ ਵਿੱਚ ਭੇਜਣ ਵਾਲੀ ਗੰਢ ਸੁਣ ਕੇ ਰਾਜਾ ਤੜਫਦਾ ਹੋਇਆ ਧਰਤੀ ਉੱਤੇ ਡਿੱਗ ਪਿਆ ਅਤੇ ਪਲਕ ਮਾਰਨ ਦੀ ਦੇਰ ਵਿੱਚ ਹੀ ਪ੍ਰਾਣ ਤਿਆਗ ਦਿੱਤੇ। ਜਿਵੇਂ ਪਾਣੀ ਵਿੱਚੋਂ ਨਿਕਲਦਿਆਂ ਮੱਛੀ ਪ੍ਰਾਣ ਤਿਆਗ ਦਿੰਦੀ ਹੈ। ਇਹ ਤਾਂ ਬਹੁਤ ਛੇਤੀ ਪ੍ਰਾਣ ਤਿਆਗੇ ਜੀ ਰਾਜੇ ਨੇ। ਇਹ ਨਹੀਂ ਸੀ, ਮੈਂ ਤਾਂ ਸੋਚਿਆ ਸੀ ਉਹ ਫੇਰ ਯਾਨੀ ਬੇਹੋਸ਼ੀ ਦੀ ਹਾਲਤ 'ਚੋਂ ਬਾਹਰ ਆ ਜਾਊਗਾ। ਇਹ ਮਾੜਾ ਹੋਇਆ ਜੀ। ਰਾਜੇ ਨੇ ਜਦੋਂ ਰਾਮ ਦਾ ਨਾਂ ਕੰਨ ਨਾਲ ਸੁਣਿਆ ਤਾਂ ਉਸੇ ਵੇਲੇ ਸੁਚੇਤ ਹੋ ਕੇ ਉੱਠ ਪਿਆ। ਇੱਕ ਗੱਲ ਬਣੀ। ਰਾਮ ਨੂੰ ਬਣ ਵਿੱਚ ਭੇਜਣ ਵਾਲੀ ਗੱਲ ਸੁਣ ਕੇ ਰਾਜਾ ਤੜਫਦਾ ਹੋਇਆ ਧਰਤੀ ਉੱਤੇ ਡਿੱਗ ਪਿਆ, ਹਾਰਟ ਅਟੈਕ ਹੋ ਗਿਆ ਉਹਨੂੰ, ਅਤੇ ਪਲਕ ਮਾਰਨ ਦੀ ਦੇਰ ਵਿੱਚ ਹੀ ਪ੍ਰਾਣ ਤਿਆਗ ਦਿੱਤੇ, ਜਿਵੇਂ ਪਾਣੀ ਵਿੱਚੋਂ ਨਿਕਲਦੀਆਂ ਮੱਛੀਆਂ ਪ੍ਰਾਣ ਤਿਆਗ ਦਿੰਦੀਆਂ ਹਨ। ਰਾਜੇ ਨੇ ਜਦੋਂ ਰਾਮ ਦਾ ਨਾਂ ਕੰਨਾਂ ਨਾਲ ਸੁਣਿਆ, ਉਸੇ ਵੇਲੇ ਸੁਚੇਤ ਹੋ ਕੇ ਬੈਠ ਗਿਆ, ਮਾਨੋ ਲੜਾਈ ਲਈ ਡਿੱਗਾ ਹੋਇਆ ਸੂਰਮਾ ਖੜਾ ਹੋ ਕੇ ਤਲਵਾਰ ਨੂੰ ਫੜਦਾ ਹੋਵੇ। ਪ੍ਰਾਣਾਂ ਦਾ ਨਾਸ ਤਾਂ ਰਾਜੇ ਨੇ ਸਹਾਰ ਲਿਆ, ਪਰ ਧਰਮ ਨਹੀਂ ਛੱਡਿਆ ਜਾ ਸਕਦਾ। ਅੱਛਾ, ਬੇਹੋਸ਼ ਹੋਇਆ ਸੀ, ਮਾਰਨ ਵਾਲੀ ਤਾਂ ਐਵੇਂ ਫੜ ਜੀ ਮਾਰਤੀ ਸੀ ਉੱਥੇ ਉਹਨੇ ਵੀ। ਉਹ ਰਾਜਾ ਫਿਰ ਉੱਠ ਕੇ ਖੜਾ ਹੋ ਗਿਆ। ਮੈਨੂੰ ਪਤਾ ਸੀ ਇਹਨਾਂ ਨੇ ਫਿਰ ਖੜੇ ਹੋ ਜਾਣਾ ਇਹਨਾਂ ਨੇ, ਕਿਉਂਕਿ ਡਿੱਗਦੇ ਵੀ ਛੇਤੀ ਨੇ ਅਤੇ ਖੜੇ ਵੀ ਛੇਤੀ ਹੁੰਦੇ ਆ। ਹਾਂਜੀ। ਅਤੇ ਪ੍ਰਾਣਾਂ ਦਾ ਨਾਸ ਨਾ ਤਾਂ ਰਾਜੇ ਨੇ ਸਹਾਰ ਲਿਆ, ਪਰ ਧਰਮ ਨਹੀਂ ਛੱਡਿਆ ਜਾ ਸਕਦਾ। ਜਿਹੜੇ ਵਰ ਦੇਣ ਲਈ ਕਹੇ ਹੋਏ ਸਨ, ਤਨ ਸਮੇਤ ਚੁਕਾ ਦਿੱਤੇ ਹਨ। ਕਿ ਮਰ ਗਿਆ ਉਹ। ਅੱਗੇ ਦੇਖਦੇ ਹਾਂ ਜੀ। ਰਾਜੇ ਦਸ਼ਰਥ ਦੇ ਕੇਕਈ ਨੇ ਵਸ਼ਿਸ਼ਟ ਨਹੀਂ, ਰਾਜਾ ਦਸ਼ਰਥ ਜੀ ਹੁੰਦਾ ਜੀ, ਉੱਠ ਖੜਿਆ ਫਿਰ। ਵਸ਼ਿਸ਼ਟ ਨੂੰ ਕਿਹਾ, ਦੋਹਰਾ, ਰਾਮ ਬਣ ਨੂੰ ਜਾਏ ਅਤੇ ਭਾਰਤ ਰਾਜ ਕਰੇ। ਜਾਣੇ ਉਹਨੇ ਆਪਣੇ ਜਿਹੜੇ ਵਸ਼ਿਸ਼ਟ ਨੇ ਉਹਨਾਂ ਨੂੰ ਹੁਕਮ ਸੁਣਾਤਾ ਫਾਈਨਲ ਵੀ ਰਾਮ ਜਾਏ ਬਣਾ ਨੂੰ, ਜੰਗਲ ਦਾ ਆਪਣਾ ਬਨਵਾਸ ਕੱਟੇ। ਅਤੇ 14 ਸਾਲ ਦੀ ਗੱਲ ਨਹੀਂ ਇੱਥੇ ਕਿਤੇ ਵੀ ਆਈ ਹੈਗੀ। ਅਤੇ ਜਿਹੜਾ ਹੈਗਾ ਭਰਤ, ਉਹਨੂੰ ਰਾਜਾ ਬਣਾਇਆ ਜਾਏ। 14 ਵਰਸ ਦੇ ਬੀਤਣ ਤੋਂ ਬਾਅਦ ਰਾਮਚੰਦਰ ਫਿਰ ਰਾਜਾ ਹੋਏਗਾ। ਲਓ ਜੀ, 14 ਸਾਲ ਦਾ ਬਨਵਾਸ ਸੁਣਾਤਾ। ਇਹ ਗੱਲ ਸੁਣ ਕੇ ਵਸ਼ਿਸ਼ਟ ਨੇ ਉਹਨੇ ਆਪਣਾ ਮੈਸੇਜ ਪਾਸ ਔਨ ਕਰਤਾ। ਉਹਦੀ ਡਿਊਟੀ ਸੀਗੀ ਰਾਮਚੰਦਰ ਜੀ ਨੂੰ, ਸਫਾ 435, ਕਿ 14 ਸਾਲ ਭਾਰਤ ਰਾਜ ਕਰੇਗਾ, ਮਗਰੋਂ ਸ਼੍ਰੀ ਰਾਮ ਰਾਜਾ ਹੋਵੇਗਾ। ਵਸ਼ਿਸ਼ਟ ਦੇ ਬਚਨ ਕੰਨੀ ਸੁਣ ਕੇ ਰਾਮਚੰਦਰ ਸੋਗ ਨਾਲ ਘਰ ਨੂੰ ਮੁੜ ਆਏ। ਸੋਗ ਦੇ ਵਿੱਚ ਆ ਗਏ ਜੀ ਰਾਮਚੰਦਰ ਜੀ। ਉੱਧਰ ਦਸ਼ਰਥ ਰਾਜੇ ਨੇ ਸ਼੍ਰੀ ਰਾਮ ਦੇ ਵਿਯੋਗ ਵਿੱਚ ਸਰੀਰ ਤਿਆਗਦਾ। ਹੁਣ ਮਰਿਆ ਦੁਬਾਰਾ ਫੇਰ। ਮੈਨੂੰ ਹਲੇ ਵੀ ਨਹੀਂ ਲੱਗਦਾ ਵੀ ਇਹ ਮਰਿਆ ਨੇ ਫੇਰ ਉੱਠ ਖੜਨਾ ਹੈ।
ਤੇ ਚਲੋ ਜੀ, ਉਹਨਾਂ ਨੇ ਰਾਜੇ ਦੇ ਉਹਦੇ 'ਚ ਪ੍ਰਾਣ ਤਿਆਗ ਦਿੱਤੇ। ਸੋਰਠਾ, ਘਰ ਆਉਂਦੇ ਹੀ ਰਾਮਚੰਦਰ ਨੇ ਸਾਰਾ ਧਨ ਲੁਟਾ ਦਿੱਤਾ। ਚਲੋ ਜੀ, ਰਾਮਚੰਦਰ ਨੇ ਘਰ ਲੁਟਾਤਾ, ਸਾਰਾ ਧਨ ਲੁਟਾ ਦਿੱਤਾ। ਅਤੇ ਜਿਸ ਰਾਮ ਦੇ ਲੱਕ ਤੱਕ ਪੱਥਾ ਸ਼ੋਭ ਰਿਹਾ ਸੀ, ਉਹ ਸੀਤਾ ਪ੍ਰਤੀ ਬਚਨ ਕਹਿਣ ਲੱਗੇ, ਹੇ ਯਸ਼ ਵਾਲੀ ਅਤੇ ਸੁਜਾਨ ਸੀਤਾ, ਸੁਣ, ਤੂੰ ਮਾਤਾ ਕਸ਼ਲਿਆ ਕੋਲ ਰਹਿ, ਵੀ ਆਪਣੀ ਸੱਸ ਕੋਲ ਰਹਿ ਤੂੰ। ਮੈਂ 14 ਵਰ੍ਹੇ ਬਨਵਾਸ ਕੱਟ ਕੇ ਫਿਰ ਆ ਕੇ ਤੇਰੇ ਸਹਿਤ ਰਾਜ ਕਰਾਂਗਾ। ਸੀਤਾ ਨੇ ਰਾਮ ਪ੍ਰਤੀ ਕਿਹਾ, ਯਾਨੀ ਰਾਮ ਨੂੰ ਕਿਹਾ, ਸੋਰਠਾ, ਹੇ ਸਵਾਮੀ, ਮੈਂ ਆਪਣੇ ਪ੍ਰੀਤਮ ਦਾ ਸਾਥ ਨਹੀਂ ਛੱਡਾਂਗੀ, ਭਾਵੇਂ ਕਿਹੋ ਜਿਹਾ ਵੀ ਦੁੱਖ ਮੇਰੇ ਸਰੀਰ ਉੱਤੇ ਪਵੇ। ਛਿਣ ਭਰ ਲਈ ਵੀ ਮੂੰਹ ਨਹੀਂ ਮੋੜਾਂਗੀ, ਭਾਵੇਂ ਸਰੀਰ ਤੋਂ ਰਹਿਤ ਕਿਉਂ ਨਾ ਹੋ ਜਾਵੇ, ਭਾਵੇਂ ਸਰੀਰ ਤੋਂ ਰਹਿਤ ਕਿਉਂ ਨਾ ਹੋ ਜਾਵੇ। ਰਾਮ ਨੇ ਸੀਤਾ ਪ੍ਰਤੀ ਕਿਹਾ, ਮਨੋਹਰ ਛੰਦ ਆ ਗਿਆ ਜੀ ਅੱਗੇ, ਹੇ ਪਤਲੇ ਲੱਕ ਵਾਲੀਏ, ਲੈ ਦੱਸ, ਹੇ ਪਤਲੇ ਲੱਕ ਵਾਲੀਏ, ਜੇ ਤੂੰ ਇੱਥੋਂ ਸਹੁਰੇ ਘਰ ਰਹਿਣਾ ਪਸੰਦ ਨਾ ਕਰੇ ਤਾਂ ਪਿਤਾ ਦੇ ਘਰ ਚਲੇ ਜਾ, ਆਪਣੇ ਪੇਕੇ ਚਲੀ ਜਾ, ਜੇ ਇੱਥੇ ਰਹਿਣਾ ਪਸੰਦ ਨਹੀਂ ਕਰਦੀ। ਮੈਂ ਹੁਣੇ ਹੀ ਤੈਨੂੰ ਭੇਜ ਦਿੰਦਾ ਹਾਂ। ਤੂੰ ਆਪਣੇ ਮੁਖ ਤੋਂ ਥੋੜ੍ਹਾ ਜਿਹਾ ਸੰਕੇਤ ਕਰ ਦੇ, ਜਿਵੇਂ ਕਹੇਂਗੀ ਮੈਂ ਉਸੇ ਤਰ੍ਹਾਂ ਦਾ ਪ੍ਰਬੰਧ ਕਰ ਦੂੰਗਾ। ਰਾਮਚੰਦਰ ਨੇ ਤਾਂ ਖੈਰ ਸਹੀ ਆਫਰ ਦੱਸਿਆ ਉਹਨੂੰ, ਵੀ ਤੂੰ ਦੱਸ ਮੇਰੇ ਨਾਲ ਕਿੱਥੇ ਜੰਗਲ ਬੀਆਬਾਨ 'ਚ ਤੁਰੀ ਫਿਰੇਂਗੀ। ਭਗਵਾਨ ਨੇ ਵੀ ਤੂੰ ਤਾਂ ਜਾਂ ਆਪਣੀ ਸੱਸ ਕੋਲ ਰਹਿ ਲਾ, ਸਹੁਰਾ ਊਂ ਚੜ੍ਹਾਈ ਕਰ ਗਿਆ, ਪਰ ਸੱਸਾਂ ਤਿੰਨ ਨੇ ਘਰੇ, ਹੁਣ ਕੀਤਾ ਕੀ ਜਾਵੇ। ਇੱਕ ਸੱਸ ਨੇ ਤਾਂ ਪੰਗਾ ਪਾਇਆ, ਉਹ ਵੀ ਉੱਥੇ ਹੋਣੀ ਆ। ਸੋ ਵੀ ਤੂੰ ਆਪਣੇ ਪੇਕੇ ਚਲੀ ਜਾ ਰਾਜੇ ਜਨਕ ਕੋਲ। ਜੇ ਧਨ ਦੀ ਕੁਝ ਚਾਹ ਹੈ ਤਾਂ ਜਰਾ ਜਿੰਨਾ ਕਹਿ ਦੇ, ਸਭ ਕੁਝ ਤੈਨੂੰ ਚੁਕਾ ਦੇਗਾ। ਧਨ ਤਾਂ ਯਾਰ ਤੁਸੀਂ ਆਮ ਗਰੀਬਾਂ ਨੂੰ, ਮੰਗਤਿਆਂ ਨੂੰ ਵੰਡਤੇ, ਤੇ ਆਪਣੀ ਘਰ ਵਾਲੀ ਨੂੰ ਕਿਉਂ ਨਹੀਂ ਧਨ ਦਿਓਗੇ ਤੁਸੀਂ। ਹੇ ਸੁਲੋਚਨੀ, ਅਯੁੱਧਿਆ ਦਾ ਰਾਜ ਕੀ ਹੈ, ਜੇ ਤੂੰ ਕਹੇ ਤਾਂ ਨਿਸੰਗ ਹੋ ਕੇ ਲੰਕਾ ਦਾ ਰਾਜ ਕੰਗਾਲਾਂ ਤੋਂ ਲੁਟਵਾ ਦਿਆਂ। ਕਿਆ ਬਾਤ ਹੈ। ਹੇ ਸੁਲੋਚਨੀ, ਅਯੁੱਧਿਆ ਦਾ ਰਾਜ ਕੀ ਹੈ, ਜੇ ਤੂੰ ਕਹੇ ਤਾਂ ਨਿਸੰਗ ਹੋ ਕੇ ਲੰਕਾ ਦਾ ਰਾਜ ਕੰਗਾਲਾਂ ਤੋਂ ਲੁਟਵਾ ਦਿਆਂ। ਹੇ ਸੀਤਾ, ਜੰਗਲ ਡਰਾਉਣਾ ਹੈ, ਤੂੰ ਕੋਮਲ ਹੈ, ਜੰਗਲ ਡਰਾਉਣਾ ਹੈ, ਤੂੰ ਕੋਮਲ ਹੈ, ਮੈਨੂੰ ਦੱਸ ਤੂੰ ਕਿਸ ਤਰ੍ਹਾਂ ਨਿਭੇਗੀ ਤੇਰੀ ਉੱਥੇ ਜੰਗਲ ਬੀਆਬਾਨ ਦੇ ਵਿੱਚ। ਸ਼ੇਰ ਬੁੱਕਦੇ ਨੇ, ਸੂਰ ਢਕਾਰਦੇ ਹਨ, ਡਰਾਉਣੇ ਭੀਲਾਂ ਨੂੰ ਵੇਖ ਕੇ ਡਰ ਲੱਗਦਾ ਹੈ। ਯਾਰ ਐਡੇ ਵੱਡੇ ਰਾਖਸ਼ ਮਾਰਤੇ, ਦੈਂਤ ਮਾਰਤੇ ਰਾਮਚੰਦਰ ਉਹਨਾਂ ਨੇ, ਵਿਸ਼ਵਾਮਿੱਤਰ ਦਾ ਜਦੋਂ ਜਿਹੜੇ ਯੱਗ ਦੇ ਵਿੱਚ ਖਲਲ ਪਾਉਂਦੇ ਸੀ। ਇਹ ਤਾਂ ਫਿਰ ਸ਼ੇਰ ਸ਼ੂਰ ਨੇ, ਕੋਈ ਗੱਲ ਨਹੀਂ ਹੈਗੀ। ਸੱਪ ਸ਼ੂਕਦੇ ਨੇ, ਬਾਘ ਘੁਰਾਉਂਦੇ ਹਨ, ਭੂਤ ਭਕਾਰਦੇ ਹਨ, ਇਸ ਲਈ ਬਹੁਤ ਦੁੱਖ ਪਾਏਂਗੀ ਤੂੰ। ਹਲੇ ਵੀ ਭਗਵਾਨ ਨੇ ਸਮਝ ਲਾ, ਤੈਨੂੰ ਕਰਤਾਰ ਨੇ ਬਹੁਤ ਕੋਮਲ ਬਣਾਇਆ ਹੈ। ਵਿਚਾਰ ਕਰਕੇ ਵੇਖ ਲੈ, ਬਣ ਵੱਲ ਜਾਣ ਨਾਲ ਤੇਰੀ ਕਿਵੇਂ ਬਣ ਆਏਗੀ, ਵੀ ਤੇਰੇ 'ਤੇ ਕਿਹੜੀਆਂ ਕਿਹੜੀਆਂ ਆਫਤਾਂ ਪੈਣਗੀਆਂ, ਤੂੰ ਆਪੇ ਸੋਚ ਲਾ। ਮਨੋਹਰ ਛੰਦ ਆ ਗਿਆ ਜੀ। ਸੀਤਾ ਰਾਮ ਪ੍ਰਤੀ ਕਹਿੰਦੀ ਹੈ, ਮਨੋਹਰ ਛੰਦ ਦੇ ਵਿੱਚ ਵਿਆਖਿਆ ਕੀਤੀ ਗਈ ਹੈ ਇਹਦੀ, ਸੂਲ ਸਹਿਣ ਕਰਾਂਗੀ, ਤਨ ਭਾਵੇਂ ਸੁੱਕ ਜਾਵੇ, ਪਰ ਮੁੱਖੋਂ ਸੀ ਨਹੀਂ ਕਰਾਂਗੀ, ਹਰ ਪ੍ਰਕਾਰ ਦੇ ਦੁੱਖ ਸਿਰ 'ਤੇ ਸਹਾਂਗੀ। ਸ਼ੇਰ ਦਾ ਬੁੱਕਣਾ, ਸੱਪ ਦਾ ਛੂਕਣਾ, ਅਧਿਕ ਦੁੱਖਾਂ ਦਾ ਪਹਾੜ ਸਿਰ ਉੱਤੇ ਡਿੱਗ ਪਵੇ, ਪਰ ਮੈਂ ਸੀ ਤੱਕ ਨਹੀਂ ਕਹਾਂਗੀ। ਇਹ ਪੂਰੀ ਫਿਲਮੀ ਕਹਾਣੀ ਲੱਗਦੀ ਹੈ ਮੈਨੂੰ। ਹੇ ਪਤੀ ਦੇਵ, ਆਪ ਬਗੈਰ ਮਹਿਲਾਂ ਵਿੱਚ, ਵੀ ਤੁਹਾਡੇ ਬਗੈਰ ਮਹਿਲਾਂ 'ਚ ਕੀ ਰਹਿਣਾ, ਇਸ ਨਾਲੋਂ ਬਣ ਵਿੱਚ ਰਹਿਣਾ ਹੀ ਚੰਗਾ ਹੈ, ਕਿਉਂਕਿ ਉੱਥੇ ਮੈਂ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਰਹਾਂਗੀ। ਇਸ ਉਦਾਸੀ ਦੇ ਵੇਲੇ ਹਾਸਾ ਕਿਹਾ, ਘਰ ਵਿੱਚ ਭਾਵੇਂ ਆਸ ਬਣੀ ਰਹੇ, ਪਰ ਮੈਂ ਨਹੀਂ ਰਹਾਂਗੀ। ਰਾਮ ਨੇ ਸੀਤਾ ਪ੍ਰਤੀ ਕਿਹਾ, ਹੇ ਸੀਤਾ, ਮੈਂ ਤੈਨੂੰ ਠੀਕ ਕਹਿੰਦਾ ਹਾਂ, ਤੂੰ ਘਰ ਵਿੱਚ ਰਹਿ ਅਤੇ ਸੱਸ ਦੀ ਸੇਵਾ ਚੰਗੀ ਤਰ੍ਹਾਂ ਕਰ। ਹੇ ਮ੍ਰਿਗਲੋਚਨੀ, ਸੁਣ ਲੈ, ਕੱਲ੍ਹ ਹੀ ਬਣ ਵਿੱਚ ਨਿਵਾਸ ਕਰਾਂਗਾ, ਬਨਵਾਸ ਦਾ ਸਮਾਂ ਗੁਜ਼ਰ ਕੇ ਤੇਰੇ ਨਾਲ ਮਿਲ ਕੇ ਰਾਜ ਕਰਾਂਗਾ। ਉਹ ਇਹ ਸਮਝਾ ਰਿਹਾ ਉਹਨੂੰ, ਰਾਮ ਨੂੰ, ਹੇ ਸੋਹਣੇ ਮੁੱਖ ਵਾਲੀਏ, ਮੈਂ ਸੱਚ ਕਹਿੰਦਾ ਹਾਂ, ਜੇਕਰ ਅਯੁੱਧਿਆ ਵਿੱਚ ਤੇਰਾ ਮਨ ਨਾ ਲੱਗੇ ਤਾਂ ਪਿਤਾ ਦੇ ਘਰ ਚਲੇ ਜਾਵੇਂ। ਪਿਤਾ ਦੀ ਗੱਲ ਮੇਰੇ ਚਿੱਤ ਵਿੱਚ ਵਸ ਗਈ ਹੈ, ਇਸ ਲਈ ਬਣ ਵਿੱਚ ਜਾਣਾ ਬਣਦਾ ਹੈ। ਹੁਣ ਮੈਨੂੰ ਵਿਦਾ ਕਰ। ਲਕਸ਼ਮਣ ਬਾਚ, ਲਕਸ਼ਮਣ ਨੇ ਕਿਹਾ ਜੀ, ਉਹਦਾ ਵੀ ਤਾਂ ਵਿਆਹ ਹੋਇਆ ਸੀ, ਲਕਸ਼ਮਣ ਦਾ ਵੀ ਨਾਲ ਹੀ ਹੋਇਆ ਹੋਣਾ ਆ। ਇੱਧਰ ਇਸ ਪ੍ਰਕਾਰ ਦੀ ਹੋਈ ਗੱਲ ਨੂੰ ਸੁਣ ਕੇ ਭਰਾਤਾ ਲਕਸ਼ਮਣ ਹੱਥ ਵਿੱਚ ਧਨੁਸ਼ ਬਾਣ ਲੈ ਕੇ ਆ ਗਿਆ। ਲਕਸ਼ਮਣ ਆ ਗਿਆ। ਇੱਧਰ ਇਸ ਪ੍ਰਕਾਰ ਦੀ ਗੱਲ ਸੁਣ ਕੇ ਭਰਾਤਾ ਜਾਣੀ ਭਰਾਤਾ ਸ਼੍ਰੀ ਲਕਸ਼ਮਣ ਹੱਥ ਵਿੱਚ ਧਨੁਸ਼ ਬਾਣ ਲੈ ਕੇ ਆ ਗਿਆ ਅਤੇ ਕਹਿਣ ਲੱਗਾ, ਸੂਰਜ ਕੁਲ ਵਿੱਚ ਕੌਣ ਕਪੁੱਤਰ
ਪੈਦਾ ਹੋਇਆ ਜਿਸ ਨੇ ਰਾਮ ਨੂੰ ਬਨਵਾਸ ਦਿੱਤਾ ਹੈ। ਸੂਰਜ ਕੁਲ ਵਿੱਚ ਕੌਣ ਕਪੁੱਤਰ ਪੈਦਾ ਹੋਇਆ? ਰਾਮ ਨੂੰ ਬਨਵਾਸ ਤੋਂ ਤੇਰੇ ਪਿਓ ਨਹੀਂ ਦਿੱਤਾ ਭਰਾਵਾ। ਉਹਨੂੰ ਇਹ ਨਹੀਂ ਪਤਾ ਵੀ ਮੇਰੇ ਪਿਓ ਦੀ ਵੀ ਡੈਥ ਹੋ ਗਈ ਆ। ਹੱਦ ਹੋ ਗਈ ਯਾਰ, ਘਰ 'ਚ ਐਡਾ ਵੱਡਾ ਟ੍ਰੈਜਡੀ ਹੋ ਗਈ ਤੇ ਤੁਸੀਂ ਆਈ ਡੋਂਟ ਨੋ ਗੁੱਸੇ ਕਰ ਰਹੇ ਹੋ, ਗੁੱਸਾ ਕੱਢ ਰਹੇ ਹੋ ਵੀ ਕਿਹਨੇ ਇਹਨੂੰ ਬਨਵਾਸ ਦਿੱਤਾ ਰਾਮਚੰਦਰ ਨੂੰ। ਕਾਮ ਦੇ ਬਾਣ ਨਾਲ ਵਿੰਨਿਆ ਅਤੇ ਇਸਤਰੀ ਦੇ ਵਸ ਵਿੱਚ ਹੋਇਆ ਰਾਜਾ ਝੂਠਾ, ਮਾੜੇ ਚੱਲਣ ਵਾਲਾ ਅਤੇ ਬਹੁਤ ਹੀ ਮਤਹੀਣ ਹੈ। ਇਹ ਗੱਲ ਸਮਝ ਨਹੀਂ ਲੱਗੀ, ਦੁਬਾਰਾ ਪੜ੍ਹਦੇ ਹਾਂ। ਚਲੋ ਪੇਜ 436 ਤੇ ਆਪਾਂ ਇਸ ਵੇਲੇ। ਅਤੇ ਕਹਿਣ ਲੱਗਾ ਸੂਰਜ ਕੋਲ, ਲਕਸ਼ਮਣ ਕਹਿ ਰਿਹਾ ਜੀ ਗੁੱਸੇ 'ਚ ਆ ਕੇ, ਧਨੁਸ਼ ਲੈ ਆਇਆ ਨਾਲੇ। ਸੂਰਜ ਕੁਲ ਵਿੱਚ ਕੌਣ ਕਪੁੱਤਰ ਪੈਦਾ ਹੋਇਆ ਹੈ ਜਿਸ ਨੇ ਰਾਮ ਨੂੰ ਬਨਵਾਸ ਦਿੱਤਾ ਹੈ? ਕਾਮ ਦੇ ਬਾਣ ਵਿੱਚ ਵਿੰਨਿਆ ਅਤੇ ਇਸਤਰੀ ਦੇ ਵਸ ਵਿੱਚ ਹੋਇਆ ਰਾਜਾ ਝੂਠਾ, ਮਾੜੇ ਚੱਲਣ ਵਾਲਾ ਅਤੇ ਬਹੁਤ ਹੀ ਮਤਹੀਣ ਹੈ। ਇਹ ਦਸ਼ਰਥ ਦੀ ਗੱਲ ਹੋ ਰਹੀ ਹੈ। ਅਤੇ ਦੁਰਬੁੱਧ ਔਰਤ ਦੇ ਹੱਥ ਵਿਕਿਆ ਹੋਇਆ ਹੈ, ਇਸ ਤਰ੍ਹਾਂ ਨੱਚ ਰਿਹਾ ਹੈ ਜਿਵੇਂ ਸੋਟੀ ਦੇ ਇਸ਼ਾਰੇ ਨੂੰ ਪਛਾਣ ਕੇ ਬਾਂਦਰ ਨੱਚਦਾ ਹੈ। ਕਾਮ ਦਾ ਡੰਡਾ ਹੱਥ ਵਿੱਚ ਲੈ ਹੋਏ ਕੈਕਈ ਬਾਂਦਰ ਵਾਂਗ ਰਾਜੇ ਦਸ਼ਰਥ ਨੂੰ ਨਚਾਉਂਦੀ ਹੈ। ਉਹਦੀ ਉਹ ਗੱਲ ਹੋ ਰਹੀ ਹੈ। ਹੰਕਾਰ ਦੀ ਭਰੀ ਹੈਂਕੜਬਾਜ਼ ਅਤੇ ਹੱਠਪੂਰਵਕ ਰਾਜੇ ਕੋਲ ਬੈਠ ਕੇ ਤੋਤੇ ਵਾਂਗ ਪਾਠ ਪੜ੍ਹਾਇਆ ਹੈ। ਸਵਾਮੀ ਦੀ ਸਵਾਮੀ ਹੋ ਕੇ ਸੌਂਕੜਾਂ ਦੇ ਸਿਰ ਉੱਤੇ ਰਾਜੇ ਵਾਂਗ ਚੰਮ ਦੇ ਦਮ ਚਲਾਉਂਦੀ ਹੈ। ਝੂਠੀ ਨੀਚ ਜਾਤ ਵਾਲੀ ਅਤੇ ਭੈੜੇ ਮੂੰਹ ਵਾਲੀ ਮਾੜੇ ਰਾਹ 'ਤੇ ਚੱਲ ਕੇ ਲੋਕ ਅਤੇ ਪਰਲੋਕ ਨੂੰ ਗਵਾ ਰਹੀ ਹੈ। ਲੋਕੀ ਉਹਨਾਂ ਦੋਹਾਂ ਰਾਜੇ ਅਤੇ ਰਾਣੀ ਦੀ ਨਿੰਦਾ ਵਿੱਚ ਲੱਗੇ ਹੋਏ ਹਨ ਜੋ ਰਾਮਚੰਦਰ ਬਨਵਾਸ ਪਾਉਂਦੇ ਹਨ ਤਾਂ ਮੈਨੂੰ ਘਰ ਬੈਠਣਾ ਕਿਵੇਂ ਆਉਂਦਾ ਹੈ? ਇਹ ਵੀ ਨਹੀਂ ਸਮਝ ਲੱਗੀ ਕੌਣ ਕਿਹਨੂੰ ਕਹਿ ਰਿਹਾ ਆ। ਲੋਕ ਉਹਨਾਂ ਦੋਹੇ ਰਾਜਾ ਅਤੇ ਰਾਣੀ ਦੀ ਨਿੰਦਾ ਵਿੱਚ ਲੱਗੇ ਹੋਏ ਹਨ ਜੋ ਰਾਮ ਬਨਵਾਸ ਪਾਉਂਦੇ ਹਨ ਤਾਂ ਮੈਨੂੰ ਘਰ ਵਿੱਚ ਕਿਵੇਂ ਬਣ ਆਉਂਦਾ ਹੈ? ਜੋ ਹਟ ਕੇ ਘਰ ਵਿੱਚ ਬੈਠ ਰਿਹਾ ਤਾਂ ਯਸ਼ ਕਿਵੇਂ ਹੋਵੇਗਾ, ਸਗੋਂ ਰਘੂਵੰਸ਼ ਸ਼ਰਮਸਾਰ ਹੋਵੇਗਾ। ਕਾਲ ਕਹਿੰਦਿਆਂ ਸਮਾਂ ਬੀਤ ਕੱਲ ਕਹਿੰਦਿਆਂ ਸਮਾਂ ਬੀਤ ਜਾਏਗਾ। ਇਹ ਕਾਲ ਸਭ ਨੂੰ ਛਲ ਜਾਏਗਾ। ਕੱਲ ਕਹਿੰਦਿਆਂ ਸਮਾਂ ਬੀਤ ਜਾਣਾ ਤੇ ਕਾਲ ਨੇ ਸਭ ਨੂੰ ਛਲ ਜਾਣਾ ਆ। ਕਾਲ ਮਤਲਬ ਮੌਤ। ਮੈਂ ਘਰ ਨਹੀਂ ਰਹਾਂਗਾ, ਮੈਂ ਸੱਚ ਕਹਿੰਦਾ ਹਾਂ, ਕਿਉਂਕਿ ਇਹ ਅਵਸਰ ਚੁੱਕ ਗਿਆ ਤਾਂ ਮੁੜ ਕੇ ਹੱਥ ਨਹੀਂ ਆ ਗਿਆ। ਅਵਸਰ ਜਿਹੜਾ ਮੌਕਾ ਅਗਰ ਚੁੱਕ ਗਿਆ ਮੀਨਸ ਮਿਸ ਹੋ ਗਿਆ ਤਾਂ ਦੁਬਾਰਾ ਹੱਥ ਨਹੀਂ ਆਉਣਾ। ਹੱਥ ਵਿੱਚ ਧਨੁਸ਼ ਪਕੜ ਕੇ ਭੱਥਾ ਲੱਕ ਨਾਲ ਕੱਸ ਕੇ ਦੂਜੇ ਹੱਥ ਵਿੱਚ 4 ਤੀਰ ਲੈ ਹੋਏ ਦੋਵੇਂ ਸੂਰਮੇ ਸ਼ੋਭਾ ਪਾ ਰਹੇ ਹਨ। ਰਾਜੇ ਦਸ਼ਰਥ ਦੀਆਂ ਰਾਣੀਆਂ ਕੁਸ਼ਲਿਆ ਅਤੇ ਸੁਮਿਤਰਾ ਇੱਥੇ ਬੈਠੀਆਂ ਹਨ। ਵਿਦਾਇਗੀ ਲੈਣ ਲਈ ਉਹਨਾਂ ਕੋਲ ਗਏ ਹਨ। ਜਾ ਕੇ ਚਰਣੀ ਪੈ ਗਏ ਅਤੇ ਅੱਖਾਂ ਜਲ ਨਾਲ ਭਰ ਗਈਆਂ ਹਨ। ਮਾਤਾਵਾਂ ਨੇ ਗਲਵਕੜੀ ਵਿੱਚ ਭਰ ਕੇ ਚੰਗੀ ਤਰ੍ਹਾਂ ਘੁੱਟ ਕੇ ਗਲ ਨਾਲ ਲਾਇਆ ਅਤੇ ਕਹਿਣ ਲੱਗੀਆਂ, ਹੇ ਪੁੱਤਰ, ਅੱਗੇ ਨਾ ਬੁਲਾਉਣ 'ਤੇ ਵੀ ਘਰ ਨਹੀਂ ਆਉਂਦੇ ਸੋ ਅੱਜ ਆਪਣੇ ਆਪ ਕਿਵੇਂ ਆਏ ਹੋ? ਰਾਮ ਨੇ ਮਾਤਾ ਪ੍ਰਤੀ ਕਿਹਾ, ਜਾਣੀ ਮਾਤਾ ਨੂੰ ਕਿਹਾ, ਮੈਨੂੰ ਪਿਤਾ ਨੇ ਬਨਵਾਸ ਦਿੱਤਾ ਹੈ, ਤੁਸੀਂ ਆਗਿਆ ਦਿਓ ਤਾਂ ਕਿ ਉੱਥੇ ਹੁਣੇ ਹੀ ਚਲਿਆ ਜਾਵਾਂ। ਇਹ ਨਹੀਂ ਉਹਨੂੰ ਦੱਸਿਆ ਵੀ ਦਸ਼ਰਥ ਦੀ ਮੌਤ ਹੋ ਗਈ ਹੈ। ਜੰਗਲ ਦੇ ਕੰਢਿਆਂ ਅਤੇ ਔਖੀਆਂ ਘਾਟੀਆਂ ਨੂੰ ਗਾਹ ਕੇ 13 ਸਾਲ ਬੀਤਣ ਤੋਂ ਬਾਅਦ ਮੁੜਾਂਗਾ। 13 ਕਿਉਂ ਲਿਖਿਆ ਜੀ ਇਹਨਾਂ ਨੇ? ਜਿਉਂਦਾ ਰਿਹਾ ਤਾਂ ਹੇ ਮਾਤਾ ਮੁੜ ਕੇ ਤੁਹਾਨੂੰ ਆ ਮਿਲਾਂਗਾ, ਜੇ ਮਰ ਗਿਆ ਤਾਂ ਜਿਹੜੀ ਕੋਈ ਭੁੱਲ ਹੋ ਗਈ ਉਹ ਹੁਣੇ ਹੀ ਬਖਸ਼ਾਉਂਦਾ ਹਾਂ। ਚਲੋ ਮਾਤਾ ਤਾਂ ਜੰਗਲ 'ਚ ਮਿਲ ਸਕਦੀ ਹੈ ਨਾ ਜਾ ਕੇ ਉਹਨੂੰ, ਰਾਮਚੰਦਰ ਨੂੰ, ਜਾਂ ਆਪਣੀ ਨੂੰਹ ਨੂੰ, ਅਗਰ ਨੂੰਹ ਨਾਲ ਜਾਂਦੀ ਹੈ। ਰਾਜੇ ਦਸ਼ਰਥ ਨੂੰ ਕੈਕਈ ਨੇ ਵਰ ਰੂਪ ਰਹਿਣ ਤੋਂ ਮੁਕਤ ਕਰਕੇ, ਜਿਹੜਾ ਉਹਦਾ ਕਰਜ਼ਾ ਸੀਗਾ, ਰਾਜੇ ਦਸ਼ਰਥ ਦਾ ਕਰਜ਼ਾ ਕੈਕਈ ਦੇ ਉੱਤੇ, ਨਹੀਂ ਕੈਕਈ ਦਾ ਕਰਜ਼ਾ ਰਾਜੇ ਦਸ਼ਰਥ ਦੇ ਉੱਤੇ ਵੀ ਉਹਨੂੰ ਰਿਣ ਮੁਕਤ ਕਰਤਾ ਉਹਨੇ। ਉਹਦਾ ਯਾਨੀ ਜਿਹੜਾ ਵਰ ਦੇ ਜਿਹੜਾ ਉਹਨੇ ਮੰਗਿਆ ਤੇ ਇਹਨੇ ਯਾਨੀ ਐਕਸੈਪਟ ਕਰ ਲਿਆ। ਜੰਗਲ ਵਿੱਚ ਵਾਸ ਤੋਂ ਬਾਅਦ ਫਿਰ ਆ ਕੇ ਰਾਜ ਭੋਗਾਂਗਾ। ਮਾਤਾ ਰਾਮ ਪ੍ਰਤੀ ਕਹਿਣ ਲੱਗੀ ਮਨੋਹਰ ਛੰਦ। ਜਦੋਂ ਮਾਤਾ ਨੇ ਇਹ ਗੱਲ ਸੁਣੀ ਤਾਂ ਰੋਂਦਿਆਂ ਹੋਇਆਂ ਪੁੱਤਰ ਦੇ ਗਲ ਲੱਗ ਗਈ। ਕਹਿਣ ਲੱਗੀ, ਹਾਏ ਰਘੂਕੁਲ ਦੇ ਸ਼੍ਰੋਮਣੀ, ਰਾਮਚੰਦਰ ਨੂੰ ਕਹਿ ਰਹੀ ਹੈ, ਸ਼੍ਰੋਮਣੀ, ਤੂੰ ਮੈਨੂੰ ਕਿਉਂ ਅਤੇ ਕਿਸ ਕਰਕੇ ਛੱਡ ਕੇ ਬਣ ਨੂੰ ਚੱਲਿਆ ਹੈ? ਤੇ ਉਹਨੂੰ ਪਤਾ ਹੋਣਾ ਚਾਹੀਦਾ ਬਈ, ਮੇਰਾ ਕੁਐਸਚਨ ਹੈ ਇੱਥੇ ਵੀ ਉਹਨੂੰ ਪਤਾ ਹੋਣਾ ਚਾਹੀਦਾ ਵੀ ਤੇਰੇ ਰਾਜੇ ਨੇ, ਤੇਰੇ ਘਰ ਵਾਲੇ ਨੇ, ਦਸ਼ਰਥ ਨੇ ਜਦੋਂ ਵਿਆਹ ਕੀਤਾ ਹੈਗਾ ਆ
ਇਹਦੇ ਨਾਲ ਤੀਜਾ ਵਿਆਹ ਕੀਤਾ ਤੇ ਉਹਨੇ ਵਰ ਦਿੱਤੇ ਨੇ ਉਹਨੂੰ, ਪਰ ਆਈ ਡੋਂਟ ਨੋ। ਪਾਣੀ ਤੋਂ ਬਿਨਾਂ ਮਛਲੀ ਦੀ ਜੋ ਹਾਲਤ ਹੁੰਦੀ ਹੈ ਉਹ ਕੁਸ਼ਲਿਆ ਦੀ ਹਾਲਤ ਹੋਈ ਅਤੇ ਉਸ ਦੀ ਸਾਰੀ ਭੁੱਖ ਤ੍ਰੇਹ ਖਤਮ ਹੋ ਗਈ। ਘੇਰਨੀ ਖਾ ਕੇ ਲੈ ਫੇਰ ਡੇਪੀ ਕੁਸ਼ਲਿਆ ਡੇਪੀ ਹੁਣ ਘੇਰਨੀ ਖਾ ਕੇ ਕੁਸ਼ਲਿਆ ਝੱਟ ਉੱਠ ਵੀ ਖੜਨਾ ਇਹਨੇ, ਝੱਟ ਡਿੱਗ ਪਈ ਅਤੇ ਉਹਦੇ ਹਿਰਦੇ ਵਿੱਚ ਰਾਮ ਤੇ ਲਕਸ਼ਮਣ ਦੇ ਵਿਯੋਗ ਦੀ ਅੱਗ ਲੱਗ ਗਈ। ਮੈਨੂੰ ਇਹ ਨਹੀਂ ਸਮਝ ਆਈ ਵੀ ਜਿਹੜਾ ਰਾਮ ਨੂੰ ਨਿਕਾਲਾ ਦਿੱਤਾ ਤੇ ਲਕਸ਼ਮਣ ਕਿਉਂ ਨਾਲ ਤੁਰ ਪਿਆ। ਤੇ ਕਿਤੇ ਇੱਥੇ ਯਾਨੀ ਲਕਸ਼ਮਣ ਦੇ ਨਾਲ ਜਾਣ ਵਾਲੀ ਗੱਲ ਵੀ ਨਹੀਂ ਇਹਨਾਂ ਨੇ ਮੈਂਸ਼ਨ ਕੀਤੀ ਇਹਦੇ ਵਿੱਚ, ਜਿਹੜੀ ਰਾਮ ਅਵਤਾਰ ਦੇ ਵਿੱਚ। ਚਲੋ ਐਨੀਵੇ, ਹੇ ਪੁੱਤਰ ਤੇਰਾ ਮੁਖ ਵੇਖ ਕੇ ਜਿਉਂਦੀ ਹਾਂ, ਹੇ ਸੀਤਾ ਤੇਰੀ ਚਮਕ ਵੇਖ ਕੇ ਰੱਜਦੀ ਹਾਂ। ਸੀਤਾ ਤਾਂ ਹਲੇ ਕੱਲ੍ਹ ਆਈ ਆ ਤੇ ਹੁਣੇ ਤੂੰ ਰੱਜਣ ਵੀ ਲੱਗੀ ਉਹਦੀ ਚਮਕ ਦੇ ਨਾਲ। ਅਤੇ ਲਕਸ਼ਮਣ ਦੀ ਛਵੀ ਨੂੰ ਵੇਖ ਕੇ ਸਾਰੇ ਸ਼ੋਕ ਭੁਲਾ ਕੇ ਹਿਰਦੇ ਵਿੱਚ ਪ੍ਰਸੰਨ ਹੁੰਦੀ ਹਾਂ ਕਿ ਕਈ ਆਦਿ ਸੌਂਕੜਾਂ ਨੂੰ ਵੇਖ ਕੇ ਭੋਹਾ ਚੜ੍ਹਦਾ ਹੈ, ਸਦਾ ਹੀ ਗਰਵ ਕਰਦੀ ਹਾਂ। ਭੋਹਾ ਚੜਾ ਕੇ ਅੱਛਾ ਹੁਣ ਮੈਂ ਸਮਝਿਆ ਕਿ ਕਈ ਦੀ ਆਦ ਸੌਂਕੜਾਂ ਨੂੰ ਵੇਖ ਕੇ ਭੋਹਾਂ ਜਿਹੜੇ ਭਰਵੱਟੇ ਦੇ ਐਂ ਚੜਾ ਕੇ ਸਦਾ ਹੀ ਗਰਵ ਕਰਦੀਆਂ ਉਹਨੂੰ ਦੇਖ ਕੇ। ਜਦੋਂ ਕਕਈ ਨੂੰ ਵੇਖਦੀ ਆ ਆਪਣੇ ਇਹਦੀ ਮਾਂ ਰਾਮਚੰਦਰ ਦੀ, ਤੇ ਫਿਰ ਉਹ ਭੋਆਂ ਉਹਦੀਆਂ ਉੱਪਰ ਨੂੰ ਚੜਾ ਕੇ ਤੇ ਉਹਨੂੰ ਗਰਵ ਮਹਿਸੂਸ ਹੁੰਦਾ ਉਹਦੇ ਨਾਲ, ਉਹਨੂੰ ਅੱਖਾਂ ਕੱਢ ਕੇ ਜਾਣੀ ਕਿਸਮ ਦਾ। ਹੇ ਪੁੱਤਰ ਤਦੇ ਹੀ ਉਸ ਮਾਂ ਨੂੰ ਅਨਾਥ ਵਾਂਗ ਰੋਂਦੀ ਛੱਡ ਕੇ ਅੱਜ ਬਣ ਨੂੰ ਤੁਰ ਚੱਲਿਆ ਹੈ। ਕਰੋੜਾਂ ਵਿਅਕਤੀ ਮਿਲ ਕੇ ਬਣ ਨੂੰ ਜਾਣ ਤੋਂ ਰੋਕ ਰਹੇ ਹਨ ਅਤੇ ਹੱਥ ਜੋੜ ਰਹੇ ਹਨ, ਪਰ ਰਾਮ ਨੇ ਕਿਸੇ ਦੀ ਇੱਕ ਗੱਲ ਨਹੀਂ ਮੰਨੀ। ਲਕਸ਼ਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਧਾਰ ਲਈ ਕਿ ਗਏ ਕਿ ਉਸ ਪਾਸੋਂ ਵਧਾਈ ਲੈ ਆਈ ਹੈ। ਇਹ ਕੀ ਗੱਲ ਹੈ ਜੀ? ਲਕਸ਼ਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਧਾਰ ਲਈ ਕਿ ਗਏ ਕਿ ਉਸ ਪਾਸੋਂ ਵਿਦਾਇਗੀ ਲੈ ਆਈ। ਅੱਛਾ, ਲਕਸ਼ਮਣ ਦੀ ਮਾਂ ਕੋਲੋਂ ਵੀ ਵਿਦਾਇਗੀ ਲੈਣ ਗਏ ਜੀ ਉਹ ਸੁਮਿਤਰਾ ਇਸ ਗੱਲ ਨੂੰ ਸੁਣਦਿਆਂ ਹੀ ਉਹਨੂੰ ਵੀ ਹਲੇ ਪਤਾ ਨਹੀਂ ਗਾ ਕੀ ਹੋਇਆ, ਉਹਦਾ ਘਰ ਵਾਲਾ ਮਰ ਗਿਆ ਇਹਨਾਂ ਦਾ, ਹਲੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਮੇਰੇ ਹਿਸਾਬ ਨਾਲ। ਉਹ ਵੀ ਡਿੱਪੀ ਜਦੋਂ ਉਹਨੂੰ ਪਤਾ ਲੱਗਿਆ, ਸੁਮਿਤਰਾ ਨੂੰ ਜਦੋਂ ਇਹਦਾ ਪਤਾ ਲੱਗਿਆ ਤੇ ਉਹ ਵੀ ਧਰਤੀ ਤੇ ਡਿੱਗ ਪਈ। ਇਸ ਅਫਸਰ ਦੀ ਗੱਲ ਇੰਜ ਵਰਣਨ ਕੀਤੀ ਜਾ ਸਕਦੀ ਹੈ, ਮਾਨੋ ਬਰਛੀ ਦੀ ਮਾਰ ਲੱਗਦਿਆਂ ਹੀ ਵੱਡਾ ਅਭਿਮਾਨੀ ਸੂਰਮਾ ਧਰਤੀ ਉੱਤੇ ਸੌਂ ਰਿਹਾ ਹੋਵੇ। ਕਿਹੜੀ ਨੀਚੜੀ ਨੇ ਇਹ ਕੁਕਰਮ ਕੀਤਾ ਹੈ ਜਿਸਨੇ ਰਾਮਚੰਦਰ ਨੂੰ ਇਸ ਤਰ੍ਹਾਂ ਕਿਹਾ ਹੈ। ਭੈੜੇ ਮੂੰਹ ਵਾਲੀ ਨੇ ਲੋਕ ਪਰਲੋਕ ਨੂੰ ਗਵਾ ਕੇ ਅਤੇ ਰਾਜੇ ਨੂੰ ਮਾਰ ਕੇ ਵੱਡਾ ਸੁੱਖ ਮਾਣਿਆ ਹੈ। ਸਾਰਾ ਭੁਲੇਖਾ ਮਿਟ ਗਿਆ ਕਿਉਂਕਿ ਉਸਨੇ ਘਟੀਆ ਕਰਮ ਕੀਤਾ ਹੈ, ਧਰਮ ਨੂੰ ਛੱਡ ਕੇ ਅਧਰਮ ਪ੍ਰਵਾਨ ਕੀਤਾ ਹੈ। ਵੀ ਕਸੂਰ ਤਾਂ ਇਹਦਾ ਦਸ਼ਰਥ ਦਾ, ਇਹਨਾਂ ਦੇ ਘਰ ਵਾਲੇ ਦਾ, ਜਿਹਨੇ ਉਹਦੇ ਨਾਲ ਲੱਟੂ ਹੋਇਆ ਸੀ ਉਹਦੇ ਤੇ ਦਸ਼ਰਥ ਤੇ ਵੀ ਉਹਦੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਤੇ ਸਾਰੀਆਂ ਸ਼ਰਤਾਂ ਮੰਨ ਲਈਆਂ ਉਹਦੀਆਂ। ਉਹ ਨਿਰਲੱਜ ਵੀ ਬਿਨਾਂ ਲੱਜਾਂ ਵਾਲੀ ਰਾਖਸ਼ਣੀ ਨੇ ਸਾਰੇ ਖਾਨਦਾਨ ਦੀ ਨੱਕ ਵੱਢ ਦਿੱਤੀ ਹੈ। ਉਸਨੇ ਰਾਜੇ ਨੂੰ ਮਾਰਦੇ ਹੋਏ ਵੀ ਸਨੇਹ ਨਹੀਂ ਪ੍ਰਗਟ ਕੀਤਾ। ਲਕਸ਼ਮਣ ਪ੍ਰਤੀ ਸੁਮਿਤਰਾ ਨੇ ਕਿਹਾ, ਸੁਮਿਤਰਾ ਲਕਸ਼ਮਣ ਦੀ ਮਾਤਾ ਆ, ਹੇ ਪੁੱਤਰ ਦਾਸ ਭਾਵ ਤੂੰ ਧਾਰੀ ਰੱਖਣਾ ਹੈ, ਸੀਤਾ ਨੂੰ ਮਾਤਾ ਸਰੂਪ ਪਛਾਣਨਾ। ਹੇ ਪੁੱਤਰ ਦਾਸ ਭਾਵ ਨੂੰ ਜਾਰੀ ਰੱਖਣਾ। ਦਾਸ ਮਤਲਬ ਕਿ ਉਹਦਾ ਜਿਹੜਾ ਦਾਸ ਜਿਵੇਂ ਬਣਿਆ ਹੁੰਦਾ, ਵੱਡੇ ਭਰਾ ਦਾ ਰਿਸਪੈਕਟ ਕਰਨੀ। ਸੀਤਾ ਨੂੰ ਮਾਤਾ ਬਣਾ ਕੇ ਰੱਖਣਾ। ਪਿਤਾ ਦੇ ਬਰਾਬਰ ਸੀਤਾ ਤੇ ਪਤੀ ਰਾਮਚੰਦਰ ਨੂੰ ਕਹਿ ਕੇ ਇਹ ਗੱਲ ਸਹੀ ਕਰਕੇ ਮੰਨਣਾ। ਅੱਛਾ, ਪਿਤਾ ਜਿਹੜਾ ਸੀਤਾ ਦਾ ਪਤੀ ਤੂੰ ਸਿੱਧਾ ਹੀ ਕਹਿ ਦੇ ਵੀ ਰਾਮਚੰਦਰ ਨੂੰ ਆਪਣਾ ਪਿਤਾ ਦੇ ਬਰਾਬਰ ਸਮਝਣਾ। ਉਹ ਕਹਿ ਰਹੀ ਹੈ ਵੀ ਸੀਤਾ ਦੇ ਪਤੀ ਰਾਮਚੰਦਰ ਨੂੰ ਆਪਣਾ ਪਿਤਾ ਭਾਈ। ਉਹ ਕਹਿੰਦੇ ਹੁੰਦੇ ਆ ਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਵੀ ਤੂੰ ਸਿੱਧਾ ਹੀ ਪ੍ਰਕਾਸ਼ ਸਿੰਘ ਬਾਦਲ ਕਹਿ ਦਿਓ, ਸਾਬਕਾ ਸੂਬਕਾ ਲਾਉਣ ਦੀ ਲੋੜ ਨਹੀਂ ਹੈਗੀ, ਉਹਦੇ ਨਾਲ ਪਤਾ ਹੀ ਹੁੰਦਾ ਵੀ ਕੌਣ ਆ ਉਹ, ਅਖਬਾਰਾਂ ਦੀ ਖਬਰਾਂ ਦੀ ਗੱਲਬਾਤ ਕਰਦਾ। ਉਹਨੂੰ ਪਿਓ ਦੇ ਬਰਾਬਰ ਮੰਨਣਾ ਕਿ ਜਿੰਨੇ ਵੀ ਬਣਦੇ ਦੁੱਖ ਹਨ ਉਹਨਾਂ ਸਾਰਿਆਂ ਨੂੰ ਤਨ ਉੱਤੇ ਸੁੱਖ ਕਰਕੇ ਅਨੁਭਵ ਕਰਨਾ। ਰਾਮਚੰਦਰ ਦੇ ਚਰਨ ਫੜੀ ਰੱਖਣਾ, ਘਰ ਨੂੰ ਬਣ ਅਤੇ ਬਣ ਨੂੰ ਘਰ ਕਰਕੇ ਜਾਣਨਾ। ਇਹ ਸਿਆਣੀ ਆ ਫਿਰ ਵੀ ਆ ਜਿਹੜੀ ਦੂਜੀ ਲਕਸ਼ਮਣ ਦੀ ਮਾਂ ਆ, ਕੀ ਨਾਂ ਇਹਦਾ,
ਡਿੱਗ ਇਹ ਵੀ ਪਈ ਸੀਗੀ ਇੱਕ ਵਾਰੀ, ਤੇ ਪਰ ਫਿਰ ਵੀ ਇਹਨੇ ਮੇਰਾ ਹੌਸਲਾ ਰੱਖੇ ਤੇ ਚੰਗੀ ਐਡਵਾਈਸ ਦਿੱਤੀ ਹੈ ਇਹਨੇ ਵੈਸੇ। ਚਲੋ, ਕਮਲ ਵਰਗੀਆਂ ਅੱਖਾਂ ਵਾਲੇ ਰਾਜਕੁਮਾਰ ਬਣਨ ਨੂੰ ਚੱਲੇ ਹਨ, ਨਾਲ ਛੋਟਾ ਭਰਾ ਸ਼ੋਭਾ ਪਾ ਰਿਹਾ ਹੈ। ਦੇਵਤੇ, ਦੈਂਤ, ਤਾਰੇ ਅਤੇ ਇੰਦਰਾਦੀ ਚੌਂਕ ਕੇ ਉਹ ਉੱਠ ਬੈਠ ਕੇ ਹੈਰਾਨੇ ਹੁੰਦੇ ਰਹਿੰਦੇ ਨੇ ਜਿੱਥੇ ਵੀ ਬੈਠੇ ਨੇ। ਦੇਵਤੇ, ਦੈਂਤ, ਤਾਰੇ ਅਤੇ ਇੰਦਰ ਆਦਿ ਚੌਂਕ ਕੇ ਚਕਿਰਤ ਹੋ ਜਾਂਦੇ ਹੋਏ ਹਨ ਅਤੇ ਮਨ ਵਿੱਚ ਆਨੰਦ ਵਧਾਇਆ ਹੈ। ਜਿਸ ਦੇ ਮੂੰਹ ਦੀ ਪਰਛਾਈ ਧਰਤੀ ਉੱਤੇ ਪੈ ਕੇ ਪਸਰ ਜਾਂਦੀ ਹੈ ਅਤੇ ਫਿਰ ਹੱਥ ਨਹੀਂ ਆਉਂਦੀ, ਉਸ ਨੇ ਆਕਾਸ਼ ਵਿੱਚ ਨਿਵਾਸ ਕੀਤਾ ਹੋਇਆ ਹੈ, ਇਸ ਕਰਕੇ ਆਪਣਾ ਨਾਮ ਚੰਦਰਮਾ ਅਖਵਾਇਆ ਹੈ। ਦੋਹਰਾ। ਪਿਤਾ ਦੀ ਆਗਿਆ ਕਰਕੇ ਰਾਮ ਕੁਮਾਰ ਘਰ ਨੂੰ ਛੱਡ ਕੇ ਬਣ ਨੂੰ ਚੱਲੇ ਹਨ। ਉਹਨਾਂ ਦੇ ਨਾਲ ਮ੍ਰਿਗਨੈਣੀ ਸੀਤਾ ਹੈ, ਜਿਸ ਦੀ ਅਪਾਰ ਸੁੰਦਰਤਾ ਹੈ। ਇੱਥੇ ਸ਼੍ਰੀ ਰਾਮ ਨੂੰ ਬਨਵਾਸ ਦੇਣਾ ਸਮਾਪਤ। ਲਓ ਜੀ, ਬਨਵਾਸ ਸਮਾਪਤ ਹੋ ਗਿਆ। ਪੇਜ ਆਪਾਂ 438 ਤੇ ਆ। ਹੁਣ ਬਨਵਾਸ ਦਾ ਕਥਨ ਸ਼ੁਰੂ ਹੋ ਜਾਂਦਾ ਹੈ। ਸੀਤਾ ਦਾ ਸਰੂਪ ਵਿਜੇ ਛੰਦ। ਬੱਬੇ ਨੂੰ ਸਿਹਾਰੀ, ਜੱਜੇ ਨੂੰ ਦਲਾਵਾਂ। ਵਿਜੇ ਛੰਦ। ਸੀਤਾ ਨੂੰ ਚਕੋਰਾਂ ਨੇ ਚੰਦਰਮਾ ਦਾ ਅੰਸ਼ ਕਰਕੇ, ਮੋਰਾਂ ਨੇ ਬਿਜਲੀ ਕਰਕੇ। ਲਓ ਜੀ, ਹੁਣ ਸੀਤਾ ਦਾ ਜ਼ਿਕਰ ਸ਼ੁਰੂ ਹੋ ਗਿਆ। ਜਿਹੜੀ ਚਕੋਰ ਹੁੰਦੀ ਆ ਉਹਨੇ ਚੰਦਰਮਾ ਸਮਝਿਆ, ਉਹਨੂੰ ਮੋਰਾਂ ਨੇ ਬਿਜਲੀ ਕਰਕੇ ਜਾਣਿਆ। ਮਸਤ ਹਾਥੀਆਂ ਨੇ ਇੰਦਰ ਦੀ ਪਤਨੀ ਸੱਚੀ ਕਰਕੇ, ਪ੍ਰਭਾਤ ਨੇ ਸੂਰਜ ਦੀ ਛਟਾ ਰੂਪ ਕਰਕੇ ਆਪਣੇ ਜੀਵ ਵਿੱਚ ਜਾਣਿਆ ਹੈ। ਦੇਵਤਿਆਂ ਨੇ ਦੋਖਾਂ ਦੀ ਹਰਤਾ ਕਰਕੇ, ਦੈਂਤਾਂ ਨੇ ਕਾਲ ਕਿਰਿਆ ਦਾ ਰੂਪ ਕਰਕੇ ਮੰਨਿਆ ਹੈ। ਦੇਸ਼ਾਂ ਨੇ ਸਮੁੰਦਰ ਕਰਕੇ, ਦਿਗਜਾ ਨੇ ਬ੍ਰਹਮਾ ਕਰਕੇ, ਯੋਗੀ ਸਰਾਂ ਨੇ ਗੰਗਾ ਦਾ ਰੂਪ ਕਰਕੇ ਪਛਾਣਿਆ ਹੈ। ਉੱਧਰ ਰਾਮ ਚੰਦਰ ਸੀਤਾ ਸਮੇਤ ਘਰ ਨੂੰ ਛੱਡ ਕੇ ਬਣ ਨੂੰ ਚੱਲੇ ਹਨ। ਇੱਧਰ ਜਿਸ ਤਰ੍ਹਾਂ ਦੀ ਹਾਲਤ ਹੋਈ ਹੈ ਉਸ ਨੂੰ ਸਾਰੇ ਸੰਤੋ ਧਿਆਨ ਨਾਲ ਸੁਣ ਲਵੋ। ਸਫਾ 439। ਮਾਤਾ ਬਾਚ। ਮਾਤਾ ਕੁਸ਼ਲਿਆ ਕਹਿੰਦੀ ਹੈ, ਕੁਸ਼ਲਿਆ ਰਾਮਚੰਦਰ ਦੀ ਮਾਂ ਕਬਿਤ, ਸਾਰੇ ਸੁੱਖ ਲੈ ਕੇ ਚਲੇ ਗਏ ਹਨ, ਵੱਡੇ ਦੁੱਖ ਦੇ ਗਏ ਹਨ, ਰਾਜਾ ਦਸ਼ਰਥ ਵੀ ਅੱਜ ਮਰ ਗਏ ਹਨ। ਕੁਸ਼ਲਿਆ ਕਹਿੰਦੀ ਹੈ ਵੀ ਉਹ ਜਾਣੀ ਹੁਣ ਸੁਖੀ ਕਾਹਦੇ ਹੋਣਗੇ ਵਿਚਾਰੇ ਜੰਗਲਾਂ 'ਚ, ਪਰ ਇਹ ਹੈ ਵੀ ਸੀਤਾ ਦੀ ਹਿੰਮਤ ਹੈ ਜਿਹੜੀ ਉਹ ਕਹਿੰਦੀ ਮੈਂ ਨਾਲ ਜਾਣਾ। ਤੇ ਅਜੇ ਵੀ ਗੱਲ ਖਤਮ ਨਹੀਂ ਹੋਈ, ਮੇਰੀ ਗੱਲ ਮੰਨ ਲਵੋ ਅਤੇ ਰਾਜ ਕਰੋ। ਦੱਸੋ ਕਿਸ ਕੰਮ ਵਾਸਤੇ ਸਾਡੇ ਲਹੂ ਵਿੱਚ ਨਹਾਉਂਦੇ ਹੋ। ਇਹ ਕੁਸ਼ਲਿਆ ਕਹਿ ਰਹੀ ਹੈ ਜੀ। ਸਾਰੇ ਸੁੱਖ ਨਾਲ ਲੈ ਕੇ ਚੱਲੇ ਹਨ, ਵੱਡੇ ਦੁੱਖ ਦੇ ਗਏ ਹਨ, ਰਾਜਾ ਦਸ਼ਰਥ ਵੀ ਅੱਜ ਮਰ ਗਏ ਹਨ। ਅਜੇ ਵੀ ਗੱਲ ਖਤਮ ਨਹੀਂ ਹੋਈ, ਮੇਰੀ ਗੱਲ ਮੰਨ ਲਵੋ ਅਤੇ ਰਾਜ ਕਰੋ। ਦੱਸੋ ਕਿਸ ਕੰਮ ਵਾਸਤੇ ਸਾਡੇ ਲਹੂ ਵਿੱਚ ਨਹਾਉਂਦੇ ਹੋ। ਵੈਸੇ ਇੱਕ ਤਰੀਕਾ ਹੋਰ ਵੀ ਆ ਜਿਹੜਾ, ਚਲੋ, ਕਿ ਕਈ ਰਾਜ ਭਾਗ ਆਪਣੇ ਮੁੰਡਿਆਂ ਨੂੰ ਕਹਿ ਦਿੰਦੀ ਵੀ ਉਹ ਕਰ ਲੈਂਦਾ ਅਤੇ ਉਹਨੂੰ ਦੇਸ਼ ਨਿਕਾਲਾ ਨਾ ਦਿੰਦੀ, ਕੋਈ ਹੋਰ ਵਰ ਮੰਗ ਲੈਂਦੀ ਉਹਦੀ ਜਗ੍ਹਾ। ਰਾਜਿਆਂ ਦਾ ਸਾਜ ਧਾਰੋ, ਸੰਤਾਂ ਵਾਲੇ ਕੰਮ ਕਰੋ। ਹੇ ਰਾਮਚੰਦਰ, ਦੱਸੋ ਅੱਜ ਬਣ ਨੂੰ ਕਿਸ ਲਈ ਤੁਰ ਜਾਂਦੇ ਹੋ। ਹੁਣ ਪਤਾ ਤਾਂ ਹੈਗਾ ਕਿਉਂ ਜਾ ਰਿਹਾ ਉਹ। ਅਤੇ ਤਪਸਵੀਆਂ ਦਾ ਭੇਸ ਕੀਤਾ ਹੋਇਆ ਹੈ ਅਤੇ ਸੀਤਾ ਨੂੰ ਨਾਲ ਲਿਆ ਹੋਇਆ ਹੈ। ਹੇ ਬਨਵਾਸੀ ਪੁੱਤਰ, ਮੈਨੂੰ ਉਦਾਸੀ ਦੇਈ ਜਾਂਦੇ ਹੋ। ਮੈਂ ਕਾਲਾ ਕਾਲਾ ਵੇਸ ਕਰਕੇ, ਰਾਜਾ ਜੀ ਦਾ ਦੇਸ਼ ਛੱਡ ਕੇ, ਤਪੱਸੀਆਂ ਦਾ ਭੇਸ ਧਾਰਨ ਕਰਕੇ ਤੁਹਾਡੇ ਨਾਲ ਹੀ ਚੱਲਦੀਆਂ। ਲੈ ਵੀ ਸੱਸ ਵੀ ਤਿਆਰ ਹੋ ਗਈ। ਮੈਂ ਕਾਲਾ ਕਾਲਾ ਵੇਸ ਕਰਕੇ, ਰਾਜਾ ਜੀ ਦਾ ਦੇਸ਼ ਛੱਡ ਕੇ, ਤਪੱਸਵੀਆਂ ਦਾ ਭੇਸ ਧਾਰਨ ਕਰਕੇ ਤੁਹਾਡੇ ਨਾਲ ਹੀ ਚੱਲਦੀ ਹਾਂ। ਕੁੱਲ ਦੀ ਮਰਿਆਦਾ ਨੂੰ ਛੱਡਦੀ ਹਾਂ, ਰਾਜਸੀ ਸਾਜ ਤੋੜਦੀ ਹਾਂ, ਪਰ ਤੇਰੇ ਨਾਲ ਜਾਣ ਤੋਂ ਮੂੰਹ ਨਹੀਂ ਮੋੜਾਂਗੀ, ਅਜਿਹਾ ਵਿਚਾਰ ਕਰਦੀ ਹਾਂ। ਮਾਤਾ ਵੀ ਜਾਣ ਨੂੰ ਤਿਆਰ ਹੋ ਗਈ ਜੰਗਲਾਂ 'ਚ। ਕੰਨਾਂ ਵਿੱਚ ਮੁੰਦਰਾਂ ਪਾ ਲਵਾਂਗੀ, ਸਾਰੇ ਮੂੰਹ ਉੱਤੇ ਸਵਾਹ ਮਲ ਲਵਾਂਗੀ। ਹੇ ਪੁੱਤਰ, ਹੱਠ ਤੋਂ ਨਹੀਂ ਹਾਰਾਂਗੀ, ਰਾਜ ਦੇ ਸਾਜ ਨੂੰ ਸਾੜਾਂਗੀ। ਯੋਗੀਆਂ ਵਾਲਾ ਭੇਸ ਧਾਰਨ ਕਰਕੇ, ਕੌਸ਼ਲ ਦੇਸ਼ ਦੇ ਕਲੇਸ਼ਾਂ ਨੂੰ ਛੱਡ ਕੇ ਰਾਜਾ ਰਾਮਚੰਦਰ ਦੇ ਨਾਲ ਬਣ ਨੂੰ ਜਾਵਾਂਗੇ। ਅਪੂਰਵ ਛੰਦ। ਰਾਮਚੰਦਰ ਬਣ ਵਿੱਚ ਗਏ ਹਨ, ਜਿਹੜੇ ਕਰਮ ਧਰਮ ਦਾ ਘਰ ਹੈ, ਲਛਮਣ ਨੂੰ ਨਾਲ ਲੈ ਗਏ। ਸੁੰਦਰ ਸੀਤਾ ਵੀ ਨਾਲ ਲੈ ਗਏ ਹਨ। ਪਿਤਾ ਨੇ ਪ੍ਰਾਣ ਤਿਆਗ ਦਿੱਤੇ ਹਨ, ਉਹਨਾਂ ਲਈ ਸਵਰਗ ਤੋਂ ਵਿਮਾਨ ਉਤਰੇ ਹਨ। ਉਸ ਲਈ ਪਿਤਾ, ਅੱਛਾ ਸਵਰਗ ਤੋਂ ਵਿਮਾਨ ਆ ਗਏ ਜੀ ਪਿਤਾ ਵਾਸਤੇ ਸ਼ਾਇਦ। ਇੱਧਰ ਅਨੇਕ ਮੰਤਰੀ ਬੈਠ ਕੇ ਵਿਚਾਰ ਵਟਾਂਦਰਾ ਕਰ ਰਹੇ ਹਨ। ਵਸ਼ਿਸ਼ਟ ਬੈਠੇ ਹਨ।
ਆਹ ਵਧੀਆ ਜਿਹੜਾ ਸਿੱਧਾ ਜਿਹਾ ਚੱਲ ਪੈਂਦਾ ਕੰਮ ਨਾ। ਸੋ ਸਾਰਿਆਂ ਬ੍ਰਾਹਮਣਾਂ ਦੇ ਪੂਜਣ, ਜੋ ਸਾਰੇ ਬ੍ਰਾਹਮਣਾਂ ਦੇ ਪੂਜਣਯੋਗ ਹਨ, ਜਿਹੜੇ ਵਿਸ਼ਿਸ਼ਟ ਨੇ। ਭਰਤ ਨੂੰ ਪੱਤਰ ਭੇਜਿਆ ਜਾਂਦਾ ਹੈ। ਹਲੇ ਭਰਤ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਆਹ ਕੁਛ ਹੋ ਗਿਆ ਘਰ ਦੇ ਵਿੱਚ, ਇਸ ਲਈ ਉਹ ਵੀ ਡਿੱਗੂਗਾ ਮੈਨੂੰ ਲੱਗਦਾ ਜਦੋਂ ਉਹਨੂੰ ਪਤਾ ਲੱਗਣਾ ਆ। ਇਸ ਲਈ ਮਾਗਧ ਦੂਤ ਨੂੰ ਘੱਲਿਆ ਹੈ, ਭਰਤ ਨੂੰ ਭੇਜਿਆ। ਭਰਤ ਪਤਾ ਨਹੀਂ ਕਿੱਥੇ, ਹਾਲੇ ਹੁਣੇ ਤਾਂ ਇਹਨਾਂ ਦੇ ਵਿਆਹ ਹੋਏ ਸੀਗੇ। ਪ੍ਰਤੀਨਿਧ ਸਾਮੰਤਾਂ ਨੇ ਬੈਠ ਕੇ, ਸਮੰਤਾਂ ਨੇ, ਜਿਹੜੇ ਪ੍ਰਤੀਨਿਧ ਸਮੰਤਾਂ ਨੇ ਬੈਠ ਕੇ ਤਜਵੀਜ਼ਾਂ ਕੀਤੀਆਂ ਅਤੇ ਪੌਣ ਦੇ ਪੁੱਤਰ ਵਾਂਗ ਤੇਜ਼ ਚੱਲਣ ਵਾਲੇ ਦੂਤ ਭੇਜ ਦਿੱਤੇ। 8 ਨਦੀਆਂ ਲੰਘ ਕੇ ਸੁਜਾਨ ਦੂਤ ਚਲੇ ਗਏ। ਅੱਗੇ ਭਰਤ ਜਿੱਥੇ ਰਹਿੰਦਾ ਸੀ, ਦੂਤ ਉੱਥੇ ਜਾ ਕੇ ਪਹੁੰਚੇ। ਭਰਤ ਨੂੰ ਦੂਤ ਨੇ ਸੁਨੇਹਾ ਦਿੱਤਾ ਕਿ ਰਾਜਾ ਦਸ਼ਰਥ ਸਵਰਗ ਸੁਧਾਰ ਗਿਆ ਜੀ। ਉਹ ਭਰਤ ਨੇ ਚੰਗੀ ਤਰ੍ਹਾਂ ਪੱਤਰ ਪਾੜ ਲਿਆ, ਯਾਨੀ ਪੱਤਰ ਲਿਖ ਕੇ ਦਿੱਤਾ ਸੀ ਉਹਨੂੰ, ਉਹ ਪੱਤਰ ਦਿੱਤਾ ਅਤੇ ਉਹਨਾਂ ਨਾਲ ਹੀ ਤੁਰ ਪਿਆ ਅਤੇ ਨਾਲੇ ਆ ਗਿਆ ਜੀ ਦੂਤ ਦੇ ਵਾਪਸ। ਭਰਤ ਦੇ ਜੀਅ ਵਿੱਚ ਕ੍ਰੋਧ ਜਾਗ ਪਿਆ, ਧਰਮ ਦਾ ਭਰਮ ਮਿਟ ਗਿਆ। ਕਸ਼ਮੀਰ ਨੂੰ ਛੱਡ ਦਿੱਤਾ, ਕਸ਼ਮੀਰ ਆ ਗਿਆ ਜੀ ਇੱਥੇ, ਕਸ਼ਮੀਰ ਨੂੰ ਛੱਡ ਦਿੱਤਾ। ਭਰਤ ਕਸ਼ਮੀਰ 'ਚ ਰਹਿੰਦਾ ਸੀ ਅਤੇ ਰਾਮ ਨਾਮ ਜਪਣ ਲੱਗ ਪਿਆ। ਅਯੁੱਧਿਆ ਵਿੱਚ ਪਹੁੰਚ ਗਿਆ। ਹਥਿਆਰਬੰਦ ਸੂਰਮਾ ਅਉਧ ਦੇ ਰਾਜੇ ਦਸ਼ਰਥ ਨੂੰ ਵੇਖਿਆ ਮੁਰਦਾ ਰੂਪ ਵਿੱਚ। ਕਿ ਕਈ ਪ੍ਰਤੀ ਭਰਤ ਨੇ ਕਿਹਾ, ਆਪਣੀ ਮਾਂ ਨੂੰ ਉਹਨੇ ਦੇਖਿਆ। ਜਦੋਂ ਉੱਥੇ ਪਹੁੰਚ ਕੇ ਬੇਮਰਿਆਦਗੀ ਵੇਖੀ ਤਾਂ ਸਪੁੱਤਰ ਭਰਤ ਨੇ ਕਿਹਾ, ਹੇ ਮਾਤਾ, ਤੈਨੂੰ ਅਧਿਕਾਰ ਹੈ, ਯਾਨੀ ਤੇਰੇ 'ਤੇ ਅਧਿਕਾਰ ਹੈ, ਤੂੰ ਮੈਨੂੰ ਲਾਜ ਲਗਵਾਈ ਹੈ। ਪੁੱਤਰ ਸਿਆਣਾ ਵੈਸੇ। ਪੇਜ ਨੰਬਰ 441 ਹੈ ਜੀ, ਚਲੋ ਹੋਰ ਕਰ ਲਈਏ। ਤੂੰ ਕਿਹੋ ਜਿਹਾ ਕਰਮ ਕੀਤਾ ਹੈ, ਦਿਨ ਰਾਜ ਕਿਉਂ ਜੀ ਰਹੀ ਹੈ। ਮੈਂ ਉੱਥੇ ਹੀ ਜਾਵਾਂਗਾ ਜਿੱਥੇ ਰਾਮ, ਚਲੋ ਸਾਰੇ ਚੱਲੇ ਜੀ ਜਿੱਥੇ ਰਾਮ ਚੰਦਰ ਜੀ ਗਏ ਨੇ। ਇਹਨੂੰ ਕਕਈ ਨੂੰ ਰਹਿਣ ਦਿਓ ਇਕੱਲੀ ਨੂੰ। ਜਿੱਥੇ ਰਾਮ ਜੀ ਗਏ ਹਨ। ਕੁਸਮ ਬਚਿੱਤਰ ਛੰਦ। ਉਸ ਭਰਤ ਨੇ ਰਾਮ ਨੂੰ ਬਨਵਾਸੀ ਜਾਣ ਕੇ ਬਣ ਦੇ ਦੁੱਖਾਂ ਨੂੰ ਘਰ ਦੇ ਸੁੱਖਾਂ ਵਾਂਗ ਅਤੇ ਘਰ ਦੇ ਸੁੱਖਾਂ ਨੂੰ ਬਣ ਦੇ ਦੁੱਖਾਂ ਜਿਹਾ ਮੰਨਿਆ। ਕਹਿਣ ਲੱਗਾ, ਬ੍ਰਿਛਾਂ ਦੀ ਛਿੱਲਾਂ ਦੇ ਵਸਤਰ ਧਾਰਨ ਕਰਕੇ ਹੁਣ ਮੈਂ ਬਣ ਨੂੰ ਜਾਵਾਂਗਾ, ਯਾਨੀ ਆਹ ਦਰਖਤਾਂ ਦੀਆਂ ਛਿੱਲੜਾਂ ਲਾ ਕੇ ਉਹਨੂੰ ਢੱਕ ਕੇ ਆਪਣੇ ਪੱਤੇ ਪੁੱਤੇ ਜੇ, ਜਿਹੜਾ ਉਹਦੀ ਸਕਿਨ ਹੁੰਦੀ ਆ ਦਰਖਤਾਂ ਦੀ, ਅਤੇ ਉਹ ਧਾਰਨ ਕਰਕੇ ਮੈਂ ਵੀ ਚੱਲਿਆ ਜੰਗਲ ਨੂੰ ਅਤੇ ਰਾਮ ਚੰਦਰ ਨਾਲ ਮਿਲ ਕੇ ਬਣ ਦੇ ਫਲ ਖਾਵਾਂਗਾ। ਭਰਤ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਘਰ-ਬਾਰ ਛੱਡ ਦਿੱਤਾ। ਬ੍ਰਿਛ ਦੀਆਂ ਛਿੱਲਾਂ ਸਰੀਰ ਉੱਤੇ ਧਾਰ ਕੇ ਭੂਖਣ ਗਹਿਣੇ ਤੋੜ ਦਿੱਤੇ, ਗਹਿਣੇ ਗੱਟੇ ਲਾਹ ਤੇ ਉਹਨੇ, ਜੋ ਵੀ ਉਹ ਸੁਸ਼ੋਭਿਤ ਸੀਗੀ ਉਹਦੀ ਬਾਡੀ 'ਤੇ, ਅਤੇ ਉਹੀ ਦਰਖਤ ਦੇ ਛਿੱਲੜ ਲਾ ਕੇ ਅਤੇ ਆਪਣਾ ਸਰੀਰ ਢੱਕ ਲਿਆ। ਰਾਜੇ ਦਸ਼ਰਥ ਦਾ ਸੰਸਾਰ ਕਰਕੇ ਭਰਤ ਨੇ ਅਯੁੱਧਿਆ ਨਗਰੀ ਛੱਡ ਦਿੱਤੀ। ਚਲੋ ਇਹ ਚੰਗਾ, ਮੈਨੂੰ ਫਿਕਰ ਵਿਚਾਰੇ ਦਸ਼ਰਥ ਦਾ ਸੀਗਾ ਵੀ ਉਹਨੂੰ ਸੰਸਕਾਰ ਤਾਂ ਕਰੋ ਯਾਰ ਉਹਦਾ। ਅਤੇ ਰਾਮ ਚੰਦਰ ਦੇ ਚਰਨਾਂ ਵਿੱਚ ਆਪਣਾ ਘਰ ਬਣਾ ਲਿਆ। ਜਲਾ ਥਲਾ ਨੂੰ ਵੇਖ ਕੇ ਸਭ ਨੂੰ ਛੱਡ ਕੇ ਅੱਗੇ ਤੁਰੇ ਅਤੇ ਮਹਾਮੁਨੀਆਂ ਨੂੰ ਨਾਲ ਲੈ ਕੇ ਉਸ ਥਾਂ ਆ ਗਿਆ ਜਿੱਥੇ ਰਾਮ ਟਿਕੇ ਹੋਏ ਸਨ। ਰਾਮ ਨੇ ਸੈਨਾ ਦੀ ਆਮਦ ਵੇਖ ਕੇ ਸਮਝਿਆ ਕਿ ਕਿਸੇ ਵੈਰੀ ਦਾ ਲਸ਼ਕਰ ਆ ਗਿਆ ਹੈ। ਆਇਆ ਵੈਸੇ ਭਰਾ ਆਇਆ ਭਰਤ, ਜਿਸ ਲਈ ਹੱਥ ਵਿੱਚ ਧਨੁਸ਼ ਫੜ ਕੇ ਉਸ ਉੱਤੇ ਤੀਰ ਧਰ ਲਿਆ ਹੈ। ਉਹਨੇ ਸੋਚਿਆ ਵੀ ਦੁਸ਼ਮਣਾਂ ਦੀ ਫੌਜ ਆ ਗਈ ਹੈ ਅਤੇ ਉਹਨੇ ਆਪਣਾ ਜਿਹੜਾ ਧਨੁਸ਼ ਸੀਗਾ ਚੁੱਕ ਲਿਆ, ਤੀਰ ਖਿੱਚ ਲਿਆ ਜੀ। ਰਾਮ ਨੇ ਜਦੋਂ ਧਨੁਸ਼ ਨੂੰ ਫੜ ਕੇ ਪੂਰੇ ਬਲ ਨਾਲ ਤੀਰ ਧਾਰਿਆ ਤਾਂ ਇੰਦਰ ਕੰਬਣ ਲੱਗ ਪਿਆ ਅਤੇ ਸੂਰਜ ਵਿਆਕੁਲ ਹੋਣ ਲੱਗਾ। ਘਰ ਘਰ ਵਿੱਚ ਭਲੇ ਪੁਰਸ਼ ਅਤੇ ਦੇਵਤੇ ਪ੍ਰਸੰਨ ਹੋ ਰਹੇ ਸਨ। ਪਰ ਯੁੱਧ ਨੂੰ ਸਿਰ ਉੱਤੇ ਆਇਆ ਜਾਣ ਕੇ ਦੈਂਤ ਧੜਕ ਰਹੇ, ਲੜਦੇ ਬਹੁਤ ਛੇਤੀ ਹੈ ਧਰਮ ਨਾਲ। ਜਦ ਭਰਤ ਨੇ ਆਪਣੇ ਚਿੱਤ ਵਿੱਚ ਇਹ ਗੱਲ ਜਾਣੀ ਕਿ ਮੇਰੇ ਦਲ ਬਲ ਨੂੰ ਵੇਖ ਕੇ ਰਾਮਚੰਦਰ ਨੇ ਰਣ ਦਾ ਵਾਤਾਵਰਣ ਸਿਰ ਜਿੱਤ ਦਿੱਤਾ ਹੈ, ਉਹ ਤਲ ਬਲ ਨੂੰ ਛੱਡ ਕੇ ਇਕੱਲੇ ਬਾਹਰ ਆ ਗਿਆ। ਉਹ ਜਾਣੀ ਜਿਹੜੀ ਆਪਣੀ ਨਾਲ ਉਹਨੂੰ ਸੈਨਾ ਲੈ ਕੇ ਨਹੀਂ ਸੀ ਆਉਣੀ ਚਾਹੀਦੀ ਮੇਰੇ ਹਿਸਾਬ ਨਾਲ, ਉਹ ਇਕੱਲਾ ਹੀ ਆ ਕੇ ਮਿਲਦਾ ਅਗਰ ਮਿਲਣਾ ਸੀ। ਸੈਨਾ ਦਾ ਕੀ ਕੰਮ ਹੋ ਗਿਆ, ਮੇਰੀ ਸਮਝ ਤੋਂ ਬਾਹਰ ਹੈ ਜੀ। ਇੱਧਰ ਰਾਮਚੰਦਰ ਨੂੰ ਵੇਖ ਕੇ ਸਾਰੇ ਦੁੱਖ ਭੁੱਲ ਗਏ ਜੀ। ਜਦੋਂ ਸੂਰਮਿਆਂ ਨੇ ਸ਼੍ਰੋਮਣੀ ਰਾਮ ਨੂੰ ਅੱਖੀਂ ਵੇਖਿਆ ਤਾਂ ਕਾਮਨਾ ਨੂੰ ਤਿਆਗ ਕੇ ਧਰਤੀ 'ਤੇ ਸਿਰ ਰੱਖ ਕੇ ਮੱਥਾ ਟੇਕਿਆ। ਇਸ ਸਥਿਤੀ ਨੂੰ ਵੇਖ ਕੇ ਰਾਮਚੰਦਰ ਨੇ ਇਹ ਗੱਲ ਜਾਣ ਲਈ ਕਿ ਰਾਜਧਾਨੀ ਛੱਡ ਕੇ ਭਰਤ ਆਇਆ ਹੈ। ਭਰਤ ਕਹਿ ਰਿਹਾ ਮੈਂ ਜੀ, ਭਰਤ ਹੈ ਜੀ ਥੱਥਾ। ਭਰਤ ਨੂੰ ਪਛਾਣ ਕੇ ਸ਼ਤਰੂਘਨ ਨੂੰ ਵੇਖ ਕੇ ਰਾਮ ਤੇ ਲਕਸ਼ਮਣ ਨੇ ਮਨ ਵਿੱਚ ਰਾਜੇ ਦਸ਼ਰਥ ਦਾ ਦੇਹਾਂਤ ਮੰਨ ਲਿਆ। ਅੱਛਾ, ਰਾਜ ਨੂੰ ਹਲੇ ਰਾਮ ਨੂੰ ਪਤਾ ਹੀ ਨਹੀਂ ਸੀਗਾ ਵੀ ਰਾਜੇ ਦਸ਼ਰਥ ਦਾ ਦੇਹਾਂਤ ਹੋ ਚੁੱਕਿਆ ਆ।
ਮੈਨੂੰ ਲੱਗਦਾ ਉਹਨਾਂ ਨੂੰ ਪਛਾਣ ਕੇ ਦੇਖ ਕੇ ਜਿਹੜੇ ਉਹ ਛਿੱਲੜ ਜਿਹੇ ਪਾਏ ਹੋਏ ਸੀਗੇ ਉਹ ਤੋਂ ਆਈਡੀਆ ਹੋ ਗਿਆ ਰਾਮਚੰਦਰ ਨੂੰ ਵੀ ਦੇਹਾਂਤ ਹੋ ਗਿਆ ਸਾਡੇ ਫਾਦਰ ਦਾ। ਰਾਮ ਤੇ ਲਕਸ਼ਮਣ ਜੀ ਧਨੁਸ਼ ਬਾਣ ਨੂੰ ਛੱਡ ਕੇ ਅਤੇ ਅਭਿਮਾਨ ਨੂੰ ਤਿਆਗ ਕੇ ਪਹਾੜੋਂ ਹੇਠਾਂ ਉਤਰ ਆਏ। ਦਲ ਬਲ ਨੂੰ ਛੱਡ ਕੇ ਚਾਰੇ ਭਰਾ ਇੱਕ ਦੂਸਰੇ ਦੇ ਮਿਲ ਕੇ ਰੋਏ ਅਤੇ ਕਹਿਣ ਲੱਗੇ, ਵਿਧਾਤਾ ਨੇ ਕਿਹੋ ਜਿਹਾ ਦੁੱਖ ਦਿੱਤਾ ਹੈ, ਸਾਰੇ ਸੁੱਖ ਖੋਹ ਲਏ ਹਨ। ਭਰਤ ਨੇ ਕਿਹਾ, ਹੇ ਮੇਰੇ ਸੁਆਮੀ ਰਘੂਬਰ, ਹੁਣ ਘਰ ਨੂੰ ਚੱਲੋ, ਹੱਠ ਛੱਡ ਦਿਓ, ਅਸੀਂ ਤੁਹਾਡੇ ਪੈਰੀ ਪੈਂਦੇ ਹਾਂ। ਭਰਤ ਪ੍ਰਤੀ ਰਾਮ ਨੇ ਕਿਹਾ, ਕੰਠ ਅਭੂਖਨ ਛੰਦ, ਹੇ ਭਰਤ ਕੁਮਾਰ, ਜਿੱਦ ਨਾ ਕਰੋ, ਘਰ ਨੂੰ ਜਾਓ, ਸਾਨੂੰ ਦੁੱਖ ਨਾ ਦਿਓ। ਜੋ ਕੰਮ ਰਾਜਾ ਦਸ਼ਰਥ ਨੇ ਸਾਨੂੰ ਕਿਹਾ ਹੈ ਉਹ ਅਸਾਂ ਮੰਨ ਲਿਆ ਹੈ। 13 ਸਾਲ ਕਹਿ ਰਹੇ ਜੀ 13 ਸਾਲ ਅਸੀਂ ਬਣ ਵਿੱਚ ਵਸਾਂਗੇ। 13 ਸਾਲ ਜੀਵਨ ਬਤੀਤ ਕਰਨ ਤੋਂ ਬਾਅਦ ਫਿਰ ਆਵਾਂਗੇ। ਫਿਰ ਰਾਜ ਸਿੰਘਾਸਣ ਅਤੇ ਛਤਰ ਨੂੰ ਧਾਰਨ ਕਰਾਂਗੇ। ਸੋ ਘਰ ਜਾ ਕੇ ਮੇਰੀ ਸਿੱਖ ਮੰਨ, ਘਰ ਜਾ ਕੇ ਮੇਰੀ ਆਪਣੀ ਜਿਹੜੀ ਗੱਲ ਹੈ ਉਹਨੂੰ ਮੰਨ ਲਾ, ਕਿਉਂਕਿ ਉੱਧਰ ਤੇਰੀ ਮਾਤਾ ਰੋ ਰਹੀ ਹੈ। ਰਾਮ ਪ੍ਰਤੀ ਭਰਤ ਨੇ ਕਿਹਾ। ਇਹ ਆਪਾਂ ਹੁਣ ਅਗਲੇ ਚੈਪਟਰ 'ਚ ਕਰਾਂਗੇ ਜੀ, ਇਹਦੇ ਅਗਲੇ ਪਾਰਟ ਦੇ ਵਿੱਚ। ਅਤੇ ਪੰਨਾ ਨੰਬਰ 442 ਆ ਜਿਹਦੇ 'ਤੇ ਆਪਾਂ ਸਮਾਪਤ ਕੀਤਾ ਅੱਜ। 424 ਤੋਂ ਲੈ ਕੇ 442 ਜਿਹੜਾ ਹੈਗਾ ਪੇਜ ਤੱਕ ਇਹ ਆਪਣਾ ਪੂਰਾ ਹੋ ਚੁੱਕਿਆ ਜੀ।